हाँ जी दोस्तों, लेके हाजिर हाँ ਆਪਾਂ अपनी नवी कहानी। जेकर ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਅਤੇ ਕਹਾਣੀ ਸੁਣਨ ਤੋਂ ਬਾਅਦ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਦੀਵਾਲੀ ਦੇ ਦਿਨ ਨੇੜੇ ਆ ਰਹੇ ਸਨ। ਘਰ ਦੀ ਸਫਾਈ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਸੀ। ਨਿਹਾਲ ਕੌਰ ਆਪਣੇ ਕਮਰੇ ਵਿੱਚ ਬੈਠੀ ਚਾਹ ਲਈ ਤੜਫ ਰਹੀ ਸੀ। ਉਸ ਦੀ ਨੂੰਹ ਸਵੇਰ ਦੀ ਕੰਮ ਵਾਲੀ ਨੂੰ ਹਦਾਇਤਾਂ ਦੇ ਕੇ ਕੰਮ ਕਰਵਾ ਰਹੀ ਸੀ। ਉਸ ਦੀ ਨੂੰਹ ਦੀ ਰੁੱਖੀ ਆਵਾਜ਼ ਨਿਹਾਲ ਕੌਰ ਦੇ ਕੰਨਾਂ ਵਿੱਚ ਪੈ ਰਹੀ ਸੀ। ਨਿਹਾਲ ਕੌਰ ਦੀ ਨੂੰਹ, ਜਿਸ ਦਾ ਨਾਮ ਮਨਜੀਤ ਸੀ, ਉਹ ਆਪਣੀ ਸੱਸ ਨੂੰ ਕਦੇ ਵੀ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੀ। ਨਿਹਾਲ ਕੌਰ ਅਕਸਰ ਚਾਹ ਪਾਣੀ ਪਿੱਛੇ ਉਸ ਤੋਂ ਝਿੜਕਾਂ ਖਾਂਦੀ ਰਹਿੰਦੀ ਸੀ। ਜਦੋਂ ਨਿਹਾਲ ਕੌਰ ਨੂੰ ਇਹ ਲੱਗਿਆ ਕਿ ਉਸ ਦੀ ਨੂੰਹ ਉਸ ਲਈ ਚਾਹ ਲੈ ਕੇ ਨਹੀਂ ਆਵੇਗੀ ਤਾਂ ਨਿਹਾਲ ਕੌਰ ਨੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਕੰਮ ਵਾਲੀ ਨੂੰ ਕਹਿ ਦਿੱਤਾ ਕਿ ਧੀਏ, ਮੈਨੂੰ ਇੱਕ ਕੱਪ ਚਾਹ ਦਾ ਬਣਾ ਕੇ ਦੇ ਦੇ। ਜਦੋਂ ਕੰਮ ਵਾਲੀ ਨੇ ਆਪਣੀ ਮਾਲਕਣ ਨੂੰ ਕਿਹਾ ਕਿ ਦੀਦੀ, ਆਂਟੀ ਜੀ ਚਾਹ ਮੰਗਦੇ ਨੇ, ਤਾਂ ਮਨਜੀਤ ਕੌਰ ਕੰਮ ਵਾਲੀ ਦੇ ਗਲ ਹੀ ਪੈ ਗਈ। ਉਸ ਨੂੰ ਕਹਿੰਦੀ ਕਿ ਤੂੰ ਮੇਰਾ ਕੰਮ ਕਰਨ ਆਈ ਹੈ ਕਿ ਮੇਰੀ ਸੱਸ ਦੀ ਖਾਤਰਦਾਰੀ? ਤੈਨੂੰ ਜਿੰਨਾ ਕੰਮ ਕਿਹਾ ਜਾਂਦਾ ਤੂੰ ਓਨਾ ਹੀ ਕਰ। ਇਹ ਬੁੱਢੀ ਤਾਂ ਸਾਰਾ ਦਿਨ ਚਾਹ ਮੰਗਦੀ ਰਹਿੰਦੀ ਹੈ। ਪਤਾ ਨਹੀਂ ਸਵੇਰੇ ਉੱਠ ਕੇ ਕੀ ਇਹ ਚਰਖਾ ਕੱਤਦੀ ਸੀ ਕਿ ਇਹਨੂੰ ਚਾਹ ਦੀ ਵੀ ਭੁੱਖ ਲੱਗੀ ਆ। ਇਸ ਤਰ੍ਹਾਂ ਬੁੜ ਕਰਦੇ ਉਹ ਰਸੋਈ ਵਿੱਚ ਗਈ ਤੇ ਇੱਕ ਕੱਪ ਕਾਲੀ ਕਲੋਟੀ ਚਾਹ ਬਣਾ ਕੇ ਕੰਮ ਵਾਲੀ ਨੂੰ ਫੜਾਉਂਦੀ ਬੋਲੀ, ਲੈ ਦੇ ਆ, ਝੁਲਸ ਲੂਗੀ, ਨਹੀਂ ਤਾਂ ਮੈਨੂੰ ਸਾਰਾ ਦਿਨ ਬਦਨਾਮ ਕਰੂ ਵੀ ਅਜੇ ਤੱਕ ਚਾਹ ਨਹੀਂ ਮਿਲੀ। ਕੰਮ ਵਾਲੀ ਮਨਜੀਤ ਕੌਰ ਦਾ ਆਪਣੀ ਸੱਸ ਦੇ ਪ੍ਰਤੀ ਇਹ ਵਤੀਰਾ ਵੇਖ ਕੇ ਹੈਰਾਨ ਰਹਿ ਗਈ ਕਿ ਇੰਨੇ ਵੱਡੇ ਘਰ ਦੀ ਨੂੰਹ ਹੋ ਕੇ ਇਹ ਆਪਣੀ ਬਜ਼ੁਰਗ ਸੱਸ ਨਾਲ ਚਾਹ ਪਿੱਛੇ ਇੰਨੀ ਕੁੱਤੇਖਾਣੀ ਕਰਦੀ ਆ। ਪਰ ਉਹ ਸਿਰਫ ਕੰਮ ਵਾਲੀ ਸੀ, ਇਸ ਲਈ ਕੁਝ ਬੋਲ ਨਹੀਂ ਸੀ ਸਕਦੀ। ਉਹ ਨਿਹਾਲ ਕੌਰ ਦੇ ਕਮਰੇ ਵਿੱਚ ਚਾਹ ਦਾ ਕੱਪ ਲੈ ਕੇ ਆਈ ਅਤੇ ਚਾਹ ਫੜਾ ਕੇ ਵਾਪਸ ਮੁੜ ਗਈ। ਪਰ ਕੰਮ ਵਾਲੀ ਨੇ ਨਿਹਾਲ ਕੌਰ ਦੇ ਚਿਹਰੇ ਦੀ ਉਦਾਸੀ ਵੇਖ ਲਈ ਸੀ। ਉਸ ਤੋਂ ਬਾਅਦ ਕੰਮ ਵਾਲੀ ਆ ਕੇ ਫੇਰ ਕੰਮ ਕਰਨ ਲੱਗ ਪਈ। ਫਿਰ ਨਿਹਾਲ ਕੌਰ ਬਾਥਰੂਮ ਜਾਣ ਲਈ ਕਮਰੇ ਚੋਂ ਬਾਹਰ ਆਈ ਤਾਂ ਮਨਜੀਤ ਕੌਰ ਫਿਰ ਉਹਦੇ ਗਲ ਪੈ ਗਈ। ਬੁੜੀਏ, ਮੈਂ ਤੈਨੂੰ ਇਸ ਲਈ ਚਾਹ ਨਹੀਂ ਦਿੰਦੀ। ਚਾਹ ਪੀ ਕੇ ਤੂੰ ਵਾਰ-ਵਾਰ ਬਾਥਰੂਮ ਵਿੱਚ ਜਾਂਦੀ ਹੈ ਤੇ ਸਾਰਾ ਬਾਥਰੂਮ ਗੰਦਾ ਕਰ ਦਿੰਦੀ ਹੈ। ਤੈਨੂੰ ਪਤਾ ਨਹੀਂ ਕਿ ਘਰ ਦੀ ਸਫਾਈ ਚੱਲ ਰਹੀ ਹੈ? ਤਾਂ ਨਿਹਾਲ ਕੌਰ ਕਹਿਣ ਲੱਗੀ, ਧੀਏ, ਮੈਂ ਕੱਲ ਰਾਤ ਦੀ ਇੱਕ ਵਾਰ ਵੀ ਬਾਥਰੂਮ ਨਹੀਂ ਗਈ। ਸਵੇਰੇ ਉੱਠ ਕੇ ਇੱਕ ਵਾਰ ਤਾਂ ਬਾਥਰੂਮ ਜਾਣਾ ਹੀ ਹੁੰਦਾ ਹੈ। ਤੂੰ ਕਿਉਂ ਕਮਲੀਏ ਸਾਰਾ ਦਿਨ ਮੈਨੂੰ ਝਿੜਕਦੀ ਰਹਿੰਦੀ ਹੈ? ਜਦੋਂ ਉਸਨੇ ਤਰਸ ਭਰੇ ਬੋਲਾਂ ਨਾਲ ਇਸ ਤਰ੍ਹਾਂ ਕਿਹਾ ਤਾਂ ਕੰਮ ਵਾਲੀ ਦਾ ਕਲੇਜਾ ਪਸੀਜ ਗਿਆ। ਪਰ ਮਨਜੀਤ ਕੌਰ ਦੀ ਬੁੜਬੁੜ ਬਿਲਕੁਲ ਵੀ ਬੰਦ ਨਾ ਹੋਈ। ਉਸ ਤੋਂ ਬਾਅਦ ਨਿਹਾਲ ਕੌਰ ਵਿਹੜੇ ਵਿੱਚ ਤੁਰਨ ਫਿਰਨ ਲੱਗੀ ਤਾਂ ਮਨਜੀਤ ਕੌਰ ਉਸਨੂੰ ਫਿਰ ਟੁੱਟ ਕੇ ਪੈ ਗਈ। ਤੈਨੂੰ ਪਤਾ ਹੈ ਨਾ, ਘਰ ਵਿੱਚ ਸਫਾਈਆਂ ਦਾ ਕੰਮ ਚੱਲ ਰਿਹਾ ਹੈ। ਕਿਉਂ ਆਪਣੇ ਗੰਦੇ ਪੈਰਾਂ ਨਾਲ ਗੰਦ ਖਿਲਾਰ ਰਹੀ ਹੈ? ਨਿਹਾਲ ਕੌਰ ਕਹਿਣ ਲੱਗੀ, ਪੁੱਤ, ਮੇਰੀਆਂ ਚੱਪਲਾਂ ਥੋੜੀਆਂ ਟੁੱਟ ਗਈਆਂ ਨੇ, ਜਿਸ ਕਰਕੇ ਜਦੋਂ ਕੱਚੇ ਵਿਹੜੇ ਵਿੱਚੋਂ ਇੱਧਰ ਆਈਦਾ ਹੈ ਤਾਂ ਰੇਤਾ ਲੱਗ ਜਾਂਦਾ ਹੈ। ਜੇ ਤੁਸੀਂ ਦੀਵਾਲੀ ਦੀ ਸ਼ਾਪਿੰਗ ਕਰਨ ਗਏ ਤਾਂ ਮੈਨੂੰ ਇੱਕ ਜੋੜਾ ਚੱਪਲਾਂ ਦਾ ਲਿਆ ਦਿਓ। ਮਨਜੀਤ ਕੌਰ ਬੋਲੀ, ਮੈਨੂੰ ਪਹਿਲਾਂ ਪਤਾ ਸੀ ਤੇਰੀ ਕੋਈ ਨਾ ਕੋਈ ਫਰਮਾਇਸ਼ ਖੜੀ ਹੀ ਹੋਵੇਗੀ। ਤੂੰ ਮੇਰੀਆਂ ਚੱਪਲਾਂ ਪਾ ਲਈ, ਮੈਂ ਆਪਣੇ ਲਈ ਨਵੀਆਂ ਲੈ ਆਵਾਂਗੀ। ਤੂੰ ਕਿਹੜਾ ਕਿਤੇ ਜਾਣਾ ਹੈ ਨਵੀਆਂ ਚੱਪਲਾਂ ਪਾ ਕੇ? ਨਿਹਾਲ ਕੌਰ ਕਹਿੰਦੀ, ਧੀਏ, ਮੈਂ ਹਰ ਵਾਰ ਤੇਰੀਆਂ ਉਤਾਰੀਆਂ ਹੋਈਆਂ ਚੱਪਲਾਂ ਹੀ ਪਾਉਂਦੀ ਹਾਂ। ਦੀਵਾਲੀ ਦੇ ਤਿਉਹਾਰ ਤੇ ਸਾਰੇ ਘਰ ਦੇ ਜੀ ਨਵੀਆਂ ਚੱਪਲਾਂ ਤੇ ਕੱਪੜੇ ਖਰੀਦਦੇ ਨੇ। ਮੈਨੂੰ ਵੀ ਇਸ ਵਾਰ ਨਵੀਆਂ ਚੱਪਲਾਂ ਲਿਆ ਦਿੰਦੀ। ਤਾਂ ਉਸਦੀ ਨੂੰਹ ਕਹਿਣ ਲੱਗੀ, ਤੂੰ ਨਵੀਆਂ ਚੱਪਲਾਂ ਪਾ ਕੇ ਦੱਸ ਕੀ ਬਰਾਤ ਜਾਣਾ ਹੈ? ਇਹ ਸੁਣ ਕੇ ਨਿਹਾਲ ਕੌਰ ਚੁੱਪ ਕਰ ਗਈ। ਚੁੱਪਚਾਪ ਉਹ ਆਪਣੇ ਕਮਰੇ ਵਿੱਚ ਅੰਦਰ ਆ ਕੇ ਪੈ ਗਈ ਅਤੇ ਉਹ ਸੋਚਣ ਲੱਗੀ ਕਿ ਮੈਂ ਆਪਣੇ ਪੁੱਤਰ ਨੂੰ ਲਈ ਕੀ ਕੁਝ ਨਹੀਂ ਕੀਤਾ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਨੂੰ ਇੰਨਾ ਕੁਝ ਝੱਲਣਾ ਪਵੇਗਾ। ਬਸ ਫਿਰ ਉਹ ਲੰਬਾ ਸਾਰਾ ਹੌਕਾ ਲੈ ਕੇ ਮੰਜੇ ਤੇ ਪਈ ਰਹੀ। ਕੰਮ ਵਾਲੀ ਨੇ ਜਦੋਂ ਸਾਰੇ ਘਰ ਦੀ ਸਫਾਈ ਕਰ ਦਿੱਤੀ ਤਾਂ ਉਹ ਕਹਿਣ ਲੱਗੀ, ਮਾਲਕਿਨ, ਸਾਰੇ ਘਰ ਦੀ ਸਫਾਈ ਬਹੁਤ ਚੰਗੀ ਤਰ੍ਹਾਂ ਹੋ ਗਈ ਹੈ। ਬੇਬੇ ਜੀ ਦੇ ਕਮਰੇ ਦੀ ਸਫਾਈ ਕਰਦੇ ਆਂ। ਕੰਮ ਵਾਲੀ ਕਹਿਣ ਲੱਗੀ, ਕੁਝ ਨਹੀਂ ਹੋਇਆ ਬੇਬੇ ਜੀ ਦੇ ਕਮਰੇ ਨੂੰ। ਉਸਦੇ ਕਮਰੇ ਦੀ ਸਫਾਈ ਮੈਂ ਉਹਦੇ ਤੋਂ ਹੀ ਕਰਵਾਵਾਂਗੀ। ਤੂੰ ਏਦਾਂ ਕਰ, ਜਿਹੜੇ ਕੱਪੜੇ ਅਤੇ ਬਰਤਨ ਪਏ ਨੇ ਉਹ ਸਾਫ਼ ਕਰ ਦੇ। ਕੰਮ ਵਾਲੀ ਇਹ ਸੁਣ ਕੇ ਕੱਪੜੇ ਧੋਣ ਲੱਗ ਪਈ ਅਤੇ ਮਨਜੀਤ ਕੌਰ ਆਪਣੀ ਸੱਸ ਦੇ ਗੇਟ ਵਿੱਚ ਆ ਕੇ ਕਹਿਣ ਲੱਗੀ, ਬੁੜੀਏ, ਬਹੁਤ ਸਮਾਂ ਹੋ ਗਿਆ, ਹੁਣ ਏਦਾਂ ਕਰ, ਉੱਠ ਕੇ ਕਮਰੇ ਵਿੱਚ ਝਾੜੂ ਲਗਾ। ਜੇ ਕੋਈ ਜਾਲਾ ਵਗੈਰਾ ਲੱਗਿਆ ਹੈ ਤਾਂ ਉਹ ਵੀ ਸਾਫ਼ ਕਰ ਲੈ। ਉਹ ਜਾਲੇ ਲਾਉਣ ਵਾਲੀ ਸੋਟੀ
ਆਪਣੀ ਸੱਸ ਦੇ ਮੰਜੇ ਕੋਲ ਰੱਖ ਗਈ। ਪਰ ਨਿਹਾਲ ਕੌਰ ਕਹਿਣ ਲੱਗੀ, ਧੀਏ ਮੈਨੂੰ ਕੋਈ ਜਾਲਾ ਕਿੱਥੇ ਦਿਸਦਾ ਹੈ? ਮੇਰੀ ਨਿਗਾਹ ਤਾਂ ਇੰਨੀ ਘੱਟ ਹੈ। ਕਿੰਨੇ ਵਾਰ ਤੁਹਾਨੂੰ ਕਿਹਾ ਹੈ ਕਿ ਐਨਕ ਲਗਵਾ ਦਿਓ, ਤੁਸੀਂ ਤਾਂ ਐਨਕ ਵੀ ਨਹੀਂ ਲਿਆ ਕੇ ਦਿੰਦੇ। ਹੁਣ ਮੈਨੂੰ ਕੋਈ ਜਾਲਾ ਭਲਾ ਕਿੱਥੇ ਦਿਸੇਗਾ? ਝਾੜੂ ਵੀ ਕੱਢਣ ਵੇਲੇ ਅੱਧਾ ਰੇਤਾ ਤਾਂ ਕਮਰੇ ਵਿੱਚ ਹੀ ਰਹਿ ਜਾਂਦਾ ਹੈ। ਦੀਵਾਲੀ ਵੇਲੇ ਸਾਰੇ ਘਰ ਦੀ ਸਫਾਈ ਜ਼ਰੂਰੀ ਹੁੰਦੀ ਹੈ। ਤੂੰ ਕੰਮ ਵਾਲੀ ਨੂੰ ਕਹਿ ਕੇ ਮੇਰੇ ਕਮਰੇ ਦੀ ਵੀ ਸਫਾਈ ਕਰਾ ਦੇ। ਤਾਂ ਉਹ ਕਹਿਣ ਲੱਗੀ, ਤੇਰੇ ਕਮਰੇ ਵਿੱਚ ਕੋਈ ਨਹੀਂ ਵੜਦਾ, ਤੂੰ ਹੀ ਰਹਿਣਾ ਹੁੰਦਾ ਹੈ। ਜਿਹੋ ਜੀ ਸਫਾਈ ਤੇਰੇ ਤੋਂ ਹੋਵੇਗੀ ਠੀਕ ਆ, ਮੇਰੇ ਨਾਲ ਬਹੁਤੀ ਮਗਜ ਖਪਾਈ ਨਾ ਕਰਿਆ ਕਰ ਸਾਰਾ ਦਿਨ। ਤੂੰ ਸਾਰਾ ਦਿਨ ਫਰਮੈਸ਼ਾਂ ਪਾਉਂਦੀ ਰਹਿਣੀ ਹੈ, ਤੇਰੀਆਂ ਫਰਮੈਸ਼ਾਂ ਹੀ ਪੂਰੀਆਂ ਨਹੀਂ ਹੁੰਦੀਆਂ। ਕਿਸੇ ਟਾਈਮ ਚੁੱਪ ਵੀ ਰਹਿ ਲਿਆ ਕਰ, ਹਰ ਗੱਲ ਦਾ ਜਵਾਬ ਅੱਗੋਂ ਤਿਆਰ ਕਰੀ ਬੈਠੀ ਹੁੰਦੀ ਹੈ। ਆਪਣੀ ਨੂੰਹ ਦੀ ਇੰਨੀ ਬੁੜਬੁੜ ਸੁਣ ਕੇ ਨਿਹਾਲ ਕੌਰ ਨੇ ਝਾੜੂ ਚੱਕਿਆ ਅਤੇ ਉਹ ਕਮਰੇ ਵਿੱਚ ਝਾੜੂ ਲਾਉਣ ਲੱਗ ਗਈ। ਇਸ ਉਮਰ ਵਿੱਚ ਨਿਹਾਲ ਕੌਰ ਨੂੰ ਅੱਖਾਂ ਤੋਂ ਦਿਸਣਾ ਬਹੁਤ ਘੱਟ ਹੋ ਗਿਆ ਸੀ, ਇਸ ਲਈ ਉਹਦੇ ਤੋਂ ਝਾੜੂ ਵੀ ਚੰਗੀ ਤਰ੍ਹਾਂ ਨਹੀਂ ਲੱਗਦਾ ਸੀ। ਜਿਵੇਂ ਕਿਵੇਂ ਉਸਨੇ ਕਮਰੇ ਵਿੱਚ ਝਾੜੂ ਲਾ ਲਿਆ। ਫਿਰ ਉਹ ਆਪਣੀ ਨੂੰਹ ਨੂੰ ਕਹਿਣ ਲੱਗੀ ਕਿ ਧੀਏ ਹੁਣ ਤਾਂ 11 ਵੱਜਣ ਵਾਲੇ ਹੋ ਗਏ ਨੇ, ਰੋਟੀ ਕਦੋਂ ਬਣਾਉਂਗੇ? ਮੈਨੂੰ ਬਹੁਤ ਭੁੱਖ ਲੱਗੀ ਹੈ। ਤਾਂ ਉਸਦੀ ਨੂੰਹ ਨੇ ਅੱਗੋਂ ਜਵਾਬ ਦਿੱਤਾ, ਅਸੀਂ ਤੇਰੇ ਤੋਂ ਪਹਿਲਾਂ ਦੀਆਂ ਕੰਮ ਲੱਗੀਆਂ ਹੋਈਆਂ ਹਾਂ, ਰੋਟੀ ਤਾਂ ਹਜੇ ਅਸੀਂ ਵੀ ਨਹੀਂ ਖਾਧੀ, ਤੂੰ ਵਿਹਲੀ ਪਈ ਹੀ ਭੁੱਖ ਭੁੱਖ ਕਰੀ ਜਾਂਦੀ ਹੈ। ਨਿਹਾਲ ਕੌਰ ਸੋਚਦੀ ਹੈ ਕਿ ਮੈਂ ਵੀ ਕਿੰਨੀ ਪਾਗਲ ਹਾਂ। ਮੈਨੂੰ ਪਤਾ ਹੈ ਕਿ ਮੇਰੀ ਨੂੰਹ ਨੇ ਮੈਨੂੰ ਕਦੇ ਵੀ ਸਿੱਧੇ ਮੂੰਹ ਜਵਾਬ ਨਹੀਂ ਦੇਣਾ, ਫਿਰ ਵੀ ਮੈਂ ਸਾਰਾ ਦਿਨ ਖਾਣ ਪੀਣ ਪਿੱਛੇ ਇਸ ਤੋਂ ਹਜਾ ਲਹਾਉਂਦੀ ਰਹਿੰਦੀ ਹਾਂ। ਇਹ ਸੋਚ ਕੇ ਉਹ ਚੁੱਪਚਾਪ ਕਮਰੇ ਵਿੱਚ ਪੈ ਗਈ ਅਤੇ ਉਹਨਾਂ ਦਿਨਾਂ ਨੂੰ ਯਾਦ ਕਰਕੇ ਸੋਚਣ ਲੱਗੀ, ਜਦੋਂ ਉਸਦੇ ਘਰ ਵਾਲਾ ਹਰਚਰਨ ਸਿੰਘ ਜਿਉਂਦਾ ਸੀ ਤਾਂ ਉਹ ਆਪਣੀ ਪਤਨੀ ਅਤੇ ਬੱਚਿਆਂ ਦੀ ਕਿੰਨੀ ਸੰਭਾਲ ਕਰਦਾ ਸੀ। ਘਰ ਵਿੱਚ ਦੀਵਾਲੀ ਦੇ ਦਿਨਾਂ ਵਿੱਚ ਇੰਨੀ ਰੌਣਕ ਰਹਿੰਦੀ ਸੀ। ਹਰਚਰਨ ਸਿੰਘ ਪਿੰਡ ਦਾ ਮੋਹਤਵਾਰ ਬੰਦਾ ਸੀ, ਰਿਸ਼ਤੇਦਾਰਾਂ ਵਿੱਚ ਵੀ ਉਸਦੀ ਪੂਰੀ ਠੁੱਕ ਸੀ। ਹਰਚਰਨ ਸਿੰਘ ਆਪਣੀ ਹਰ ਦੀਵਾਲੀ ਤੇ ਗਰੀਬ ਲੋਕਾਂ ਨੂੰ ਕਿੰਨਾ ਦਾਨ ਕਰਦਾ ਹੁੰਦਾ ਸੀ। ਉਹ ਆਪਣੇ ਪਿੰਡ ਦੇ ਸਾਰੇ ਗਰੀਬ ਲੋਕਾਂ ਨੂੰ ਮਠਿਆਈਆਂ ਦੇ ਡੱਬੇ ਵੰਡਦਾ ਸੀ, ਕਿਉਂਕਿ ਉਹ ਸੋਚਦਾ ਸੀ ਕਿ ਰਿਸ਼ਤੇਦਾਰਾਂ ਨੂੰ ਗਿਫਟ ਦੇਣ ਦੀ ਬਜਾਏ ਗਰੀਬਾਂ ਨੂੰ ਮਠਿਆਈ ਵੰਡੋ। ਰਿਸ਼ਤੇਦਾਰ ਤਾਂ ਆਪ ਸਾਰੇ ਰੱਜੇ ਪੁੱਜੇ ਹੁੰਦੇ ਨੇ, ਉਹਨਾਂ ਕੋਲ ਕਿਸ ਚੀਜ਼ ਦਾ ਘਾਟਾ ਹੁੰਦਾ ਹੈ। ਗਰੀਬਾਂ ਦਾ ਵੀ ਜੀਅ ਕਰਦਾ ਹੈ ਦੀਵਾਲੀ ਵੇਲੇ ਮਠਿਆਈਆਂ ਖਾਣ ਨੂੰ। ਉਹਨਾਂ ਦੇ ਘਰਾਂ ਤੱਕ ਮਠਿਆਈ ਜ਼ਰੂਰ ਪਹੁੰਚਣੀ ਚਾਹੀਦੀ ਹੈ। ਤੇ ਹਰਚਰਨ ਸਿੰਘ ਦੀਵਾਲੀ ਤੋਂ ਹਫ਼ਤਾ ਪਹਿਲਾਂ ਹੀ ਘਰੇ ਹਲਵਾਈ ਬਿਠਾ ਲੈਂਦਾ ਸੀ। ਉਹ ਪੂਰੀ ਸ਼ੁੱਧ ਮਠਿਆਈ ਪਿੰਡ ਦੇ ਗਰੀਬਾਂ ਵਿੱਚ ਵੰਡਦਾ ਸੀ। ਹਰਚਰਨ ਸਿੰਘ ਦੀ ਲੋਕ ਬਹੁਤ ਇੱਜ਼ਤ ਕਰਦੇ ਸਨ ਤੇ ਨਾਲ-ਨਾਲ ਨਿਹਾਲ ਕੌਰ ਦੀ ਵੀ। ਨਿਹਾਲ ਕੌਰ ਆਪਣੇ ਪੁੱਤਰ ਭੁਪਿੰਦਰ ਸਿੰਘ ਨੂੰ ਵਧੀਆ ਪੜ੍ਹਾਇਆ ਲਿਖਾਇਆ ਤੇ ਇੱਕ ਵਧੀਆ ਘਰ ਦੀ ਪੜ੍ਹੀ ਲਿਖੀ ਨੂੰਹ ਲਿਆਂਦੀ। ਉਹਨਾਂ ਨੂੰ ਇਹ ਸੀ ਕਿ ਸਾਡਾ ਪੁੱਤ ਵਧੀਆ ਪੜ੍ਹਿਆ ਲਿਖਿਆ ਹੈ ਅਤੇ ਪੜ੍ਹੀ ਲਿਖੀ ਨੂੰਹ ਲੈ ਕੇ ਆਵਾਂਗੇ ਤਾਂ ਦੋਨੋਂ ਸਾਡੀ ਵਧੀਆ ਸੇਵਾ ਸੰਭਾਲ ਕਰਨਗੇ। ਪਰ ਹਰਚਰਨ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਪੁੱਤ ਨੂੰਹ ਨੇ ਨਿਹਾਲ ਕੌਰ ਨਾਲ ਕਦੇ ਵੀ ਸਿੱਧੇ ਮੂੰਹ ਗੱਲ ਨਾ ਕੀਤੀ ਤੇ ਨਿਹਾਲ ਕੌਰ ਸੋਚਦੀ ਰਹਿੰਦੀ ਕਿ ਹੇ ਰੱਬਾ, ਜੇ ਤੂੰ ਲਿਜਾਣਾ ਹੀ ਸੀ ਮੈਨੂੰ ਵੀ ਹਰਚਰਨ ਸਿੰਘ ਦੇ ਨਾਲ ਹੀ ਲੈ ਜਾਂਦਾ। ਮੇਰਾ ਇੱਥੇ ਕੀ ਅੜਿਆ ਖੜਿਆ ਸੀ ਕੁਝ, ਮੈਂ ਆਪਣੇ ਪਤੀ ਨਾਲ ਹੀ ਚਲੀ ਜਾਂਦੀ। ਪਰ ਫਿਰ ਉਹ ਸੋਚਦੀ ਕਿ ਕਰਮਾਂ ਦੀਆਂ ਲਿਖੀਆਂ ਨੂੰ ਕੌਣ ਮੋੜ ਸਕਦਾ ਹੈ। ਮੈਂ ਵੀ ਸਾਰਾ ਦਿਨ ਖਾਣ ਪੀਣ ਪਿੱਛੇ ਇਹਨਾਂ ਤੋਂ ਹਜਾ ਲਹਾਉਂਦੀ ਰਹਿੰਦੀ ਹਾਂ, ਪਰ ਕੀ ਕਰਾਂ, ਪੇਟ ਤਾਂ ਖਾਣ ਲਈ ਮੰਗਦਾ ਹੈ। ਵਿਹਲੀ ਬੈਠੀ ਨੂੰ ਤਾਂ ਮੈਨੂੰ ਬਹੁਤ ਜ਼ਿਆਦਾ ਹੀ ਭੁੱਖ ਲੱਗਦੀ ਹੈ। ਇਸ ਤਰ੍ਹਾਂ ਸੋਚਦੇ ਸੋਚਦੇ ਉਸਦੀ ਅੱਖ ਲੱਗ ਗਈ। 1 ਘੰਟੇ ਬਾਅਦ ਜਦੋਂ ਉਹ ਜਾਗੋ ਮੀਚੀ ਵਿੱਚ ਸੀ ਤਾਂ ਕੰਮ ਵਾਲੀ ਉਸ ਕੋਲ ਖੜੀ ਆਵਾਜ਼ਾਂ ਮਾਰ ਰਹੀ ਸੀ, ਆਂਟੀ ਜੀ, ਆਂਟੀ ਜੀ, ਰੋਟੀ ਖਾ ਲਓ। ਕੰਮ ਵਾਲੀ ਸਬਜ਼ੀ, ਦਹੀਂ ਅਤੇ ਗਰਮ-ਗਰਮ ਫੁਲਕੇ ਲੈ ਕੇ ਖੜੀ ਸੀ। ਨਿਹਾਲ ਕੌਰ ਨੇ ਜਦੋਂ ਥਾਲ ਫੜਿਆ ਤਾਂ ਉਹ ਰੋਟੀ ਦੀ ਥਾਲੀ ਵੱਲ ਵੇਖਦੀ ਹੀ ਰਹਿ ਗਈ, ਕਿਉਂਕਿ ਉਸਦੀ ਨੂੰਹ ਨੇ ਅੱਜ ਤੱਕ ਕਦੇ ਵੀ ਉਸਨੂੰ ਸਬਜ਼ੀ ਵਿੱਚ ਘਿਓ ਪਾ ਕੇ ਅਤੇ ਦਹੀਂ ਨਾਲ ਗਰਮ-ਗਰਮ ਫੁਲਕੇ ਨਹੀਂ ਸਨ ਦਿੱਤੇ। ਨਿਹਾਲ ਕੌਰ ਨੇ ਕੰਮ ਵਾਲੀ ਨੂੰ ਕਿਹਾ ਕਿ ਅੱਜ ਸੂਰਜ ਕਿਹੜੇ ਪਾਸਿਓਂ ਚੜ੍ਹ ਆਇਆ ਹੈ? ਅੱਜ ਦੀ ਰੋਟੀ ਥਾਲੀ ਵਿੱਚ ਤੇ ਇੰਨੀ ਸਜੀ ਧਜੀ ਕਿਵੇਂ ਹੈ, ਉਹ ਵੀ ਮੇਰੇ ਲਈ? ਤਾਂ ਕੰਮ ਵਾਲੀ ਨੇ ਕਿਹਾ ਕਿ ਆਂਟੀ ਜੀ, ਤੁਸੀਂ ਫਟਾਫਟ ਰੋਟੀ ਖਾ ਲਓ। ਤੁਹਾਡੀ ਨੂੰਹ ਘਰ ਨਹੀਂ ਹੈ, ਉਹ ਆਪਣੀ ਕਿਸੇ ਸਹੇਲੀ ਦੇ ਘਰ ਗਈ ਹੈ।
ਜਿਸ ਕਰਕੇ ਮੈਂ ਤੁਹਾਡੇ ਲਈ ਇਹ ਥਾਲੀ ਲੈ ਕੇ ਆਈ ਹਾਂ। ਨਿਹਾਲ ਕੌਰ ਫਟਾਫਟ ਉੱਠੀ ਅਤੇ ਰੋਟੀ ਖਾਣ ਲੱਗੀ। ਉਸਨੇ ਫਟਾਫਟ ਸਾਰੀ ਰੋਟੀ ਖਾ ਲਈ, ਪਰ ਜਦੋਂ ਪਿਛਲੀਆਂ 2 ਬੁਰਕੀਆਂ ਰਹਿ ਗਈਆਂ ਤਾਂ ਨਿਹਾਲ ਕੌਰ ਦੀ ਨੂੰਹ ਘਰ ਆ ਗਈ। ਉਸਨੇ ਕੰਮ ਵਾਲੀ ਨੂੰ ਪੁੱਛਿਆ ਕਿ ਬਰਤਨ ਸਾਫ਼ ਕਰ ਦਿੱਤੇ? ਤਾਂ ਕੰਮ ਵਾਲੀ ਕਹਿਣ ਲੱਗੀ, ਹਾਂਜੀ ਮਾਲਕਣ, ਕਰ ਦਿੱਤੇ ਨੇ। ਹੁਣ ਦੱਸੋ ਕੀ ਕੰਮ ਕਰਨਾ ਹੈ? ਉਹ ਕਹਿਣ ਲੱਗੀ ਕਿ ਘਰ ਦੇ ਪਿਛਲੇ ਪਾਸੇ ਜੋ ਜਗ੍ਹਾ ਪਈ ਹੈ ਉਸ ਵਿੱਚ ਚੰਗੀ ਤਰ੍ਹਾਂ ਝਾੜੂ ਲਗਾਉਣਾ ਹੈ। ਕੰਮ ਵਾਲੀ ਝਾੜੂ ਚੁੱਕ ਕੇ ਘਰ ਦੇ ਪਿਛਲੇ ਪਾਸੇ ਚਲੀ ਗਈ। ਜਦੋਂ ਨਿਹਾਲ ਕੌਰ ਨੇ ਵੇਖਿਆ ਕਿ ਕੰਮ ਵਾਲੀ ਮੁੜ ਕੇ ਨਹੀਂ ਆਈ ਤਾਂ ਉਸਨੂੰ ਲੱਗਿਆ ਕਿ ਸ਼ਾਇਦ ਉਹ ਭੁੱਲ ਨਾ ਗਈ ਹੋਵੇ। ਮੈਂ ਫਟਾਫਟ ਭਾਂਡੇ ਰਸੋਈ ਵਿੱਚ ਰੱਖ ਆਵਾਂ। ਜੇ ਮੇਰੀ ਨੂੰਹ ਆ ਗਈ ਅਤੇ ਉਸਨੇ ਵੇਖ ਲਿਆ ਕਿ ਮੇਰੀ ਥਾਲੀ ਵਿੱਚ ਦਹੀਂ ਅਤੇ ਸਬਜ਼ੀ ਦੀ ਕੌਲੀ ਸੀ ਤਾਂ ਉਹ ਘਰ ਵਿੱਚ ਕਲੇਸ਼ ਖੜਾ ਕਰੇਗੀ। ਨਿਹਾਲ ਕੌਰ ਅਜੇ ਥਾਲੀ ਲੈ ਕੇ ਬਾਹਰ ਹੀ ਆਈ ਸੀ ਕਿ ਉਸਦੀ ਨੂੰਹ ਨੇ ਉਸਨੂੰ ਵੇਖ ਲਿਆ ਅਤੇ ਕਹਿਣ ਲੱਗੀ, ਕਿਵੇਂ ਬੁੜੀਏ, ਅੱਜ ਕਾਹਦੀ ਥਾਲੀ ਚੱਕੀ ਆਉਣੀ ਆ? ਤਾਂ ਉਹ ਚੁੱਪ ਹੋ ਗਈ। ਉਸਦੀ ਨੂੰਹ ਮਨਜੀਤ ਕੌਰ ਨੇ ਆਪਣੀ ਸੱਸ ਦੇ ਹੱਥੋਂ ਥਾਲੀ ਫੜੀ ਅਤੇ ਉਸਨੂੰ ਥਾਲੀ ਵਿਚਲੀਆਂ ਕੌਲੀਆਂ ਤੋਂ ਪਤਾ ਲੱਗ ਗਿਆ ਕਿ ਉਸਨੇ ਦਹੀਂ ਅਤੇ ਸਬਜ਼ੀ ਨਾਲ ਰੋਟੀ ਖਾਧੀ ਹੈ। ਸਬਜ਼ੀ ਵਾਲੀ ਕੌਲੀ ਵਿੱਚ ਘਿਓ ਉਸੇ ਤਰ੍ਹਾਂ ਲੱਗਿਆ ਪਿਆ ਸੀ, ਕਿਉਂਕਿ ਨਿਹਾਲ ਕੌਰ ਨੂੰ ਜ਼ਿਆਦਾ ਦਿਸਦਾ ਨਹੀਂ ਸੀ, ਇਸ ਲਈ ਉਸਨੇ ਜਿਵੇਂ ਜੇ ਕੌਲੀਆਂ ਸਾਫ਼ ਕੀਤੀਆਂ ਖਾਣ ਵੇਲੇ ਜਿਵੇਂ ਉਸ ਤੋਂ ਹੋ ਗਈਆਂ। ਪਰ ਜਦੋਂ ਮਨਜੀਤ ਕੌਰ ਨੇ ਇਹ ਦ੍ਰਿਸ਼ ਵੇਖਿਆ ਤਾਂ ਉਸਦਾ BP ਵੱਧ ਗਿਆ ਅਤੇ ਉਹ ਕਹਿਣ ਲੱਗੀ, ਤੇਰੀ ਇੰਨੀ ਹਿੰਮਤ ਕਿ ਤੂੰ ਮੇਰੇ ਤੋਂ ਚੋਰੀ ਰਸੋਈ ਵਿੱਚ ਜਾ ਕੇ ਆਪਣੀ ਮਰਜ਼ੀ ਨਾਲ ਸਬਜ਼ੀ ਦਹੀਂ ਪਾ ਕੇ ਖਾਵੇਂ? ਤੈਨੂੰ ਸਾਰਾ ਦਿਨ ਆਪਣੀ ਜੀਭ ਤੇ ਕੰਟਰੋਲ ਨਹੀਂ ਕਰਨਾ ਆਉਂਦਾ। ਦਹੀਂ ਖਾ ਖਾ ਕੇ ਤੈਨੂੰ ਖੰਘ ਹੋ ਜਾਵੇਗੀ। ਇੰਨਾ ਘਿਓ ਪਾਉਣ ਨੂੰ ਤੈਨੂੰ ਕਿਸ ਨੇ ਕਿਹਾ ਸੀ? ਤੇਰੀ ਉਮਰ ਹੈ ਇੰਨਾ ਘਿਓ ਪਾ ਕੇ ਸਬਜ਼ੀ ਖਾਣ ਦੀ? ਜਦੋਂ ਬਿਮਾਰ ਹੋ ਗਈ ਤੈਨੂੰ ਸਾਂਭੂ ਕੌਣ? ਤਾਂ ਨਿਹਾਲ ਕੌਰ ਚੁੱਪ ਕਰ ਗਈ, ਕਿਉਂਕਿ ਉਸਨੂੰ ਪਤਾ ਸੀ ਕਿ ਜੇ ਮੈਂ ਕੰਮ ਵਾਲੀ ਦਾ ਨਾਂ ਲਿਆ ਤਾਂ ਇਹ ਉਹਦੇ ਨਾਲ ਵੀ ਕੁੱਤੇ ਖਾਣੀ ਕਰੇਗੀ। ਇਸ ਕਰਕੇ ਉਹ ਚੁੱਪਚਾਪ ਖੜੀ ਕੰਬ ਰਹੀ ਸੀ। ਉਸ ਦਿਨ ਉਹਨੇ ਉਸਦੇ ਹੱਥੋਂ ਥਾਲ ਖੋਹਿਆ ਅਤੇ ਰਸੋਈ ਵਿੱਚ ਜਾ ਕੇ ਸਿੰਕ ਵਿੱਚ ਸੁੱਟ ਦਿੱਤਾ। ਇਸੇ ਤਰ੍ਹਾਂ ਬੁੜਬੁੜ ਕਰਦੀ ਰਹੀ। ਨਿਹਾਲ ਕੌਰ ਸੋਚਣ ਲੱਗੀ ਕਿ ਮੈਂ ਕੰਮ ਵਾਲੀ ਨੂੰ ਕਹਾਂਗੀ ਕਿ ਤੂੰ ਮੈਨੂੰ ਇਸ ਤਰ੍ਹਾਂ ਰੋਟੀ ਨਾ ਦਿਆ ਕਰ, ਕਿਉਂਕਿ ਇਸ ਤਰ੍ਹਾਂ ਦੀ ਰੋਟੀ ਨਾਲੋਂ ਤਾਂ ਨਾ ਖਾਧਾ ਹੀ ਚੰਗਾ ਹੈ। ਕੰਮ ਵਾਲੀ ਸਾਰਾ ਕੁਝ ਸੁਣ ਰਹੀ ਸੀ। ਇਹ ਵੇਖ ਕੇ ਕੰਮ ਵਾਲੀ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਕਿ ਮੈਂ ਕਿਵੇਂ ਵਿਚਾਰੀ ਬਜ਼ੁਰਗ ਔਰਤ ਨੂੰ ਝਿੜਕਾਂ ਪਵਾ ਦਿੱਤੀਆਂ। ਪਰ ਉਹ ਸੋਚਦੀ ਸੀ ਕਿ ਚਲੋ ਅੱਜ ਇਸ ਬਜ਼ੁਰਗ ਔਰਤ ਨੇ ਦਹੀਂ ਸਬਜ਼ੀ ਨਾਲ ਰੋਟੀ ਤਾਂ ਖਾ ਲਈ, ਕਿਉਂਕਿ ਜੇ ਉਹ ਰੁੱਖੀ ਰੋਟੀ ਖਾਂਦੀ ਤਾਂ ਵੀ ਝਿੜਕਾਂ ਤਾਂ ਉਸਨੂੰ ਮਿਲ ਹੀ ਜਾਣੀਆਂ ਸਨ। ਹੁਣ ਇਸ ਤਰ੍ਹਾਂ ਹੀ ਜਦੋਂ ਨਿਹਾਲ ਕੌਰ ਦੀ ਨੂੰਹ ਮਨਜੀਤ ਕੌਰ ਘਰੇ ਨਾ ਹੁੰਦੀ ਤਾਂ ਕੰਮ ਵਾਲੀ ਉਸਨੂੰ ਕੁਝ ਨਾ ਕੁਝ ਖਾਣ ਲਈ ਦੇ ਆਉਂਦੀ। ਜਿੰਨਾ ਟਾਈਮ ਨਿਹਾਲ ਕੌਰ ਕੁਝ ਖਾ ਨਾ ਲੈਂਦੀ ਤਾਂ ਕੰਮ ਵਾਲੀ ਉੱਥੇ ਖੜੀ ਨਿਗਾਹ ਰੱਖਦੀ। ਪਰ ਜਦੋਂ ਮਨਜੀਤ ਨੂੰ ਇਹ ਗੱਲ ਪਤਾ ਲੱਗੀ ਕਿ ਕੰਮ ਵਾਲੀ ਮੇਰੇ ਤੋਂ ਚੋਰੀਓਂ ਮੇਰੀ ਸੱਸ ਨੂੰ ਖਾਣ ਨੂੰ ਦਿੰਦੀ ਹੈ ਤਾਂ ਉਹ ਕੰਮ ਵਾਲੀ ਤੇ ਵਰਸ ਪਈ ਅਤੇ ਉਸਨੇ ਕੰਮ ਵਾਲੀ ਨੂੰ ਹਟਾ ਕੇ ਨਵੀਂ ਕੰਮ ਵਾਲੀ ਰੱਖ ਲਈ। ਜਿਹੜੀ ਨਵੀਂ ਕੰਮ ਵਾਲੀ ਰੱਖੀ ਸੀ ਉਸਨੂੰ ਮਨਜੀਤ ਕੌਰ ਨੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਕਿ ਤੈਨੂੰ ਮੇਰੀ ਸੱਸ ਦੇ ਕਮਰੇ ਦੇ ਇਰਦ ਗਿਰਦ ਘੁੰਮਣ ਦੀ ਕੋਈ ਲੋੜ ਨਹੀਂ, ਨਾ ਤੈਨੂੰ ਸਾਡੇ ਘਰ ਦੀ ਕਿਸੇ ਗੱਲ ਵਿੱਚ ਹਿੱਸਾ ਲੈਣ ਦੀ ਲੋੜ ਹੈ। ਤੂੰ ਬਸ ਆਪਣਾ ਕੰਮ ਕਰੇਂਗੀ ਅਤੇ ਜਾਏਂਗੀ। ਕੰਮ ਵਾਲੀ ਨੇ ਮਨਜੀਤ ਕੌਰ ਦੀ ਗੱਲ ਸਮਝ ਲਈ। ਉਹ ਕਦੇ ਵੀ ਨਿਹਾਲ ਕੌਰ ਦੇ ਕਮਰੇ ਵੱਲ ਨਾ ਜਾਂਦੀ ਅਤੇ ਨਿਹਾਲ ਕੌਰ ਪਈ ਸੋਚਦੀ ਕਿ ਚੰਗੀ ਸੀ ਵਿਚਾਰੀ ਪਹਿਲਾਂ ਵਾਲੀ ਕੰਮ ਵਾਲੀ, ਜਿਹੜੀ ਕਦੇ ਨਾ ਕਦੇ ਮੈਨੂੰ ਪੇਟ ਭਰ ਖਾਣਾ ਤਾਂ ਦੇ ਦਿੰਦੀ ਸੀ। ਅੱਜ ਦੀਵਾਲੀ ਦਾ ਦਿਨ ਆ ਗਿਆ ਸੀ ਅਤੇ ਮਨਜੀਤ ਕੌਰ ਆਪਣੇ ਪਤੀ ਭੁਪਿੰਦਰ ਸਿੰਘ ਨਾਲ ਬਾਜ਼ਾਰ ਜਾਣ ਦੀ ਤਿਆਰੀ ਕਰ ਰਹੀ ਸੀ। ਨਿਹਾਲ ਕੌਰ ਬਾਥਰੂਮ ਜਾਣ ਲੱਗੀ ਤਾਂ ਉਸਦੇ ਕੰਨਾਂ ਵਿੱਚ ਆਵਾਜ਼ ਪਈ। ਮਨਜੀਤ ਕੌਰ ਆਪਣੇ ਪਤੀ ਨੂੰ ਕਹਿ ਰਹੀ ਸੀ ਕਿ ਵੇਖੋ ਜੀ, ਦੀਵਾਲੀ ਤੇ ਸਾਰੇ ਲੋਕ ਨਵੇਂ ਗਹਿਣੇ ਨਵੇਂ ਕੱਪੜੇ ਖਰੀਦਦੇ ਨੇ। ਹੁਣ ਆਪਾਂ ਕੱਪੜੇ ਤਾਂ ਖਰੀਦਣੇ ਹੀ ਨੇ, ਤੁਸੀਂ ਮੈਨੂੰ ਇੱਕ ਸੋਨੇ ਦੀ ਅੰਗੂਠੀ ਹੀ ਬਣਵਾ ਦਿਓ। ਤਾਂ ਉਸਦਾ ਪਤੀ ਕਹਿਣ ਲੱਗਾ ਕਿ ਚਲੋ ਜਾ ਕੇ ਵੇਖਦੇ ਹਾਂ, ਦਿਲਵਾ ਦੇਵਾਂਗਾ। ਨਿਹਾਲ ਕੌਰ ਆਪਣੇ ਪੁੱਤਰ ਨੂੰ ਫਰਮਾਇਸ਼ ਪਾਉਣ ਲੱਗੀ ਕਿ ਪੁੱਤ, ਮੇਰੀਆਂ ਚੱਪਲਾਂ ਵੀ ਟੁੱਟ ਗਈਆਂ ਨੇ, ਮੈਨੂੰ ਨਵੀਆਂ ਚੱਪਲਾਂ ਦਾ ਇੱਕ ਜੋੜਾ ਲਿਆ ਦੇਣਾ। ਨਿਹਾਲ ਕੌਰ ਅਜੇ ਇੰਨਾ ਕਹਿ ਕੇ ਹੀ ਹਟੀ ਸੀ ਕਿ ਉਸਦੀ ਨੂੰਹ ਨਿਹਾਲ ਕੌਰ ਨੂੰ ਕਹਿਣ ਲੱਗੀ ਕਿ ਬੁੜੀਏ, ਮੈਂ ਤੈਨੂੰ ਕਿਹਾ ਸੀ ਨਾ
ਕਿ ਮੈਂ ਨਵੀਆਂ ਚੱਪਲਾਂ ਲੈ ਆਵਾਂਗੀ। ਮੇਰੇ ਵਾਲੀਆਂ ਚੱਪਲਾਂ ਬਿਲਕੁਲ ਨਵੀਆਂ ਹੀ ਪਈਆਂ ਨੇ, ਤੈਨੂੰ ਉਹ ਦੇ ਦੇਵਾਂਗੀ। ਫਿਰ ਤੂੰ ਕੀ ਸੋਚਦੀ ਹੈ ਕਿ ਤੂੰ ਆਪਣੇ ਪੁੱਤ ਨੂੰ ਅਲੱਗ ਫਰਮਾਇਸ਼ ਪਾਵੇਂਗੀ ਤਾਂ ਤੈਨੂੰ ਨਵੀਆਂ ਚੱਪਲਾਂ ਮਿਲ ਜਾਣਗੀਆਂ? ਨਿਹਾਲ ਕੌਰ ਕਹਿੰਦੀ, ਪੁੱਤ ਮੈਂ ਹਰ ਵਾਰ ਤੇਰੀਆਂ ਦਿੱਤੀਆਂ ਚੱਪਲਾਂ ਹੀ ਪਾਉਂਦੀ ਹਾਂ। ਮੇਰਾ ਵੀ ਜੀ ਕਰਦਾ ਹੈ ਇਸ ਵਾਰ ਨਵੀਆਂ ਚੱਪਲਾਂ ਪਾਉਣ ਨੂੰ। 200 ਦੀਆਂ ਚੱਪਲਾਂ ਆ ਜਾਣਗੀਆਂ। ਚੱਪਲਾਂ 'ਤੇ ਕਿਹੜਾ ਜ਼ਿਆਦਾ ਪੈਸੇ ਲੱਗਣੇ ਨੇ? ਤਾਂ ਉਸਦੀ ਨੂੰਹ ਕਹਿੰਦੀ ਕਿ ਤੇਰੇ ਵਾਸਤੇ ਸਾਡੇ ਕੋਲ ਫੁੱਟੀ ਕੌਡੀ ਵੀ ਨਹੀਂ। 200 ਰੁਪਇਆ ਤਾਂ ਬਹੁਤ ਜ਼ਿਆਦਾ ਹੈ। ਤੂੰ ਚੁੱਪਚਾਪ ਜੋ ਤੈਨੂੰ ਮਿਲਦਾ ਹੈ ਉਹ ਖਾ ਹੰਢਾ ਲਿਆ ਕਰ। ਹਰ ਗੱਲ 'ਤੇ ਘਰ ਵਿੱਚ ਕਲੇਸ਼ ਨਾ ਪਾਇਆ ਕਰ। ਮਨਜੀਤ ਕੌਰ ਨਿਹਾਲ ਕੌਰ ਨੂੰ ਇੰਨਾ ਕੁਝ ਬੋਲ ਰਹੀ ਸੀ, ਪਰ ਉਸਦਾ ਪੁੱਤਰ ਭੁਪਿੰਦਰ ਸਿੰਘ ਚੁੱਪਚਾਪ ਬੁੱਤ ਬਣ ਕੇ ਖੜਾ ਰਿਹਾ। ਨਿਹਾਲ ਕੌਰ ਨੇ ਆਪਣੇ ਪੁੱਤਰ ਨੂੰ ਮਿਹਣਾ ਮਾਰਿਆ ਕਿ ਆਹ ਦਿਨ ਦੇਖਣ ਲਈ ਤੈਨੂੰ ਜੰਮਿਆ ਸੀ। ਹਰ ਵੇਲੇ ਤੇਰੀ ਘਰਵਾਲੀ ਮੇਰੇ ਨਾਲ ਗੱਲ-ਗੱਲ 'ਤੇ ਕੁੱਤੇਖਾਣੀ ਕਰਦੀ ਹੈ। ਮਜਾਲ ਹੈ ਤੂੰ ਕਦੇ ਵੀ ਮੇਰਾ ਪੱਖ ਕੀਤਾ ਹੋਵੇ ਜਾਂ ਮੇਰੀ ਗੱਲ ਨੂੰ ਕਦੇ ਮੰਨਿਆ ਹੋਵੇ। ਇਹ ਦਿਨ ਦੇਖਣ ਲਈ ਤੈਨੂੰ ਜੰਮਿਆ ਸੀ। ਤੇਰੇ ਪਿਓ ਨੇ ਤੈਨੂੰ ਇੱਥੋਂ ਤੱਕ ਪਹੁੰਚਾਉਣ ਲਈ ਕੀ ਕੁਝ ਨਹੀਂ ਕੀਤਾ। ਤੈਨੂੰ ਮੇਰੀ ਰਤਾ ਵੀ ਪਰਵਾਹ ਨਹੀਂ ਹੈ। ਜਗਤਾਰ ਸਿੰਘ ਆਪਣੀ ਮਾਂ ਨੂੰ ਕਹਿਣ ਲੱਗਿਆ ਕਿ ਮਾਂ, ਵਿਹਾਰ ਤਿਉਹਾਰ ਦੇ ਦਿਨ ਵੀ ਤੈਨੂੰ ਆਦਤ ਹੈ ਹਰ ਗੱਲ ਵਿੱਚ ਲੜਾਈ ਪਾਉਣ ਦੀ। ਜਦੋਂ ਵੀ ਅਸੀਂ ਬਾਜ਼ਾਰ ਜਾਂਦੇ ਹਾਂ ਤੂੰ ਕੋਈ ਨਾ ਕੋਈ ਨਵੀਂ ਫਰਮਾਇਸ਼ ਰੱਖ ਦਿੰਦੀ ਹੈ। ਤੂੰ ਨਵੀਆਂ ਚੱਪਲਾਂ ਕੀ ਕਰਨੀਆਂ ਨੇ? ਮਨਜੀਤ ਵਾਲੀਆਂ ਚੱਪਲਾਂ ਬਿਲਕੁਲ ਨਵੀਆਂ ਹੀ ਪਈਆਂ ਨੇ। ਜੇ ਤੂੰ ਉਹ ਪਾ ਲਵੇਂਗੀ ਫਿਰ ਕਿਹੜਾ ਤੇਰਾ ਕੁਛ ਘਸ ਜਾਣਾ ਹੈ? ਵੈਸੇ ਵੀ ਤੂੰ ਕਿੱਥੇ ਜਾਣਾ ਹੈ? ਰਹਿਣਾ ਤਾਂ ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਹੈ। ਨਿਹਾਲ ਕੌਰ ਨੇ ਆਪਣੇ ਪੁੱਤਰ ਨਾਲ ਬਹਿਸ ਕਰਨਾ ਚੰਗਾ ਨਾ ਸਮਝਿਆ ਅਤੇ ਉਹ ਚੁੱਪਚਾਪ ਕਮਰੇ ਵਿੱਚ ਚਲੀ ਗਈ। ਸ਼ਾਮ ਨੂੰ ਉਸਦਾ ਪੁੱਤਰ ਅਤੇ ਨੂੰਹ ਬਾਜ਼ਾਰ ਵਿੱਚੋਂ ਮਠਿਆਈਆਂ ਦੇ ਡੱਬੇ ਲੈ ਕੇ ਆਏ ਅਤੇ ਰੋਟੀ ਪਾਣੀ ਬਣਾਉਣ ਤੋਂ ਬਾਅਦ ਉਸਨੇ ਨਿਹਾਲ ਕੌਰ ਨੂੰ 2 ਰੋਟੀਆਂ ਤੇ ਸਬਜ਼ੀ ਰੱਖ ਕੇ ਦੇ ਦਿੱਤੀ ਤੇ ਕਹਿਣ ਲੱਗੀ, ਅਸੀਂ 2 ਘੰਟਿਆਂ ਲਈ ਬਾਹਰ ਜਾ ਰਹੇ ਹਾਂ। ਬੈਠੀ ਘਰ ਦੇ ਵਿੱਚ ਐਵੇਂ ਆਵਾਜ਼ਾਂ ਨਾ ਮਾਰੀ ਚੱਲੀ। ਨਿਹਾਲ ਕੌਰ ਨੇ ਕਿਹਾ, ਪੁੱਤ ਦੀਵਾਲੀ ਦਾ ਤਿਉਹਾਰ ਨੇੜੇ ਆ ਗਿਆ ਹੈ। ਰਿਸ਼ਤੇਦਾਰਾਂ ਲਈ ਮਠਿਆਈ ਲਿਆਏ ਹੋਵੋਗੇ। ਮੈਨੂੰ ਵੀ 1 ਅੱਧਾ ਪੀਸ ਮਠਿਆਈ ਦਾ ਦੇ ਦੇਣਾ। ਮੇਰਾ ਵੀ ਜੀ ਕਰਦਾ ਹੈ। ਬਜ਼ੁਰਗ ਬੰਦੇ ਜਵਾਕਾਂ ਵਾਂਗੂ ਹੋ ਜਾਂਦੇ ਨੇ। ਮਠਿਆਈ ਖਾਣ ਨੂੰ ਕਿਸ ਦਾ ਦਿਲ ਨਹੀਂ ਕਰਦਾ। ਜਦੋਂ ਨਿਹਾਲ ਕੌਰ ਨੇ ਇਹ ਕਿਹਾ ਤਾਂ ਮਨਜੀਤ ਕੌਰ ਉਸਨੂੰ ਕਹਿੰਦੀ ਕਿ ਮੈਨੂੰ ਪਤਾ ਸੀ ਕਿ ਤੂੰ ਹਰ ਇੱਕ ਚੀਜ਼ ਵਿੱਚ ਨੀਤ ਰੱਖਦੀ ਹੈ। ਜੇ ਤੂੰ ਮਠਿਆਈ ਖਾਵੇਂਗੀ ਤਾਂ ਬਿਮਾਰ ਨਹੀਂ ਹੋ ਜਾਵੇਂਗੀ। ਜੇ ਮਠਿਆਈ ਬਚੀ ਤਾਂ ਤੈਨੂੰ ਭੋਰਾ ਦੇ ਜਾਵਾਂਗੀ। ਮੇਰੇ ਤੋਂ ਕੁਝ ਵੀ ਚੀਜ਼ ਸਾਹਮਣੇ ਤੋਂ ਨਾ ਮੰਗਿਆ ਕਰ। ਮੈਨੂੰ ਬਹੁਤ ਗੁੱਸਾ ਆਉਂਦਾ ਹੈ। ਨਿਹਾਲ ਕੌਰ ਚੁੱਪ ਕਰ ਗਈ ਅਤੇ ਉਸ ਤੋਂ ਬਾਅਦ ਉਸਦੀ ਨੂੰਹ ਅਤੇ ਪੁੱਤਰ ਉਸਦੀ ਨੂੰਹ ਦੀ ਭੈਣ ਦੇ ਪਿੰਡ ਮਠਿਆਈ ਦੇਣ ਚਲੇ ਗਏ। 2-3 ਘੰਟੇ ਬਾਅਦ ਕੰਮ ਵਾਲੀ ਆਈ। ਨਿਹਾਲ ਕੌਰ ਜਦੋਂ ਕਮਰੇ ਵਿੱਚ ਆਈ ਤਾਂ ਉਸਨੇ ਵੇਖਿਆ ਕਿ ਘਰ ਦੇ ਵਿੱਚ ਉਸਦਾ ਨੂੰਹ ਪੁੱਤਰ ਨਹੀਂ ਦਿਸਦੇ। ਕੰਮ ਵਾਲੀ ਕੰਮ ਕਰ ਰਹੀ ਸੀ। ਨਿਹਾਲ ਕੌਰ ਨੇ ਕੰਮ ਵਾਲੀ ਨੂੰ ਪੁੱਛਿਆ ਕਿ ਪੁੱਤ, ਸਾਡੇ ਘਰ ਦੇ ਦੂਜੇ ਮੈਂਬਰ ਨਹੀਂ ਦਿਸਦੇ। ਤਾਂ ਕੰਮ ਵਾਲੀ ਕਹਿਣ ਲੱਗੀ, ਪਤਾ ਨਹੀਂ ਆਂਟੀ ਜੀ, ਮੇਮ ਸਾਹਿਬ ਕੱਲ੍ਹ ਕਹਿ ਰਹੇ ਸੀ ਸ਼ਾਇਦ ਉਹਨਾਂ ਨੇ ਆਪਣੀ ਭੈਣ ਦੇ ਘਰ ਜਾਣਾ ਹੈ। ਨਿਹਾਲ ਕੌਰ ਸਮਝ ਗਈ ਕਿ ਮੇਰੀ ਨੂੰਹ ਆਪਣੀ ਭੈਣ ਦੇ ਘਰੇ ਮਠਿਆਈ ਲੈ ਕੇ ਗਈ ਹੋਵੇਗੀ। ਉਹ ਫਿਰ ਚੁੱਪਚਾਪ ਆ ਕੇ ਆਪਣੇ ਕਮਰੇ ਵਿੱਚ ਪੈ ਗਈ। ਕਾਫੀ ਸਮੇਂ ਬਾਅਦ ਹਨੇਰੇ ਹੋਏ ਤੋਂ ਉਸਦਾ ਪੁੱਤ ਨੂੰਹ ਘਰ ਆਏ ਤਾਂ ਨਿਹਾਲ ਕੌਰ ਤੋਂ ਫੇਰ ਨਾ ਰਿਹਾ ਗਿਆ। ਉਸਨੇ ਆਪਣੇ ਪੁੱਤ ਨੂੰ ਕਿਹਾ ਕਿ ਪੁੱਤ, ਜੇ ਘਰ ਵਿੱਚ ਕੁਝ ਮਠਿਆਈ ਪਈ ਹੈ ਤਾਂ ਮੈਨੂੰ ਵੀ 2 ਪੀਸ ਮਠਿਆਈ ਦੇ ਦੇ। ਤਾਂ ਮਨਜੀਤ ਕੌਰ ਨੇ ਆਪਣੇ ਘਰ ਵਾਲੇ ਦੇ ਬੋਲਣ ਤੋਂ ਪਹਿਲਾਂ ਹੀ ਆਪਣੀ ਸੱਸ ਨੂੰ ਕਹਿ ਦਿੱਤਾ, ਮਾਤਾ ਮੈਂ ਤੈਨੂੰ ਕਿੰਨੇ ਕੁ ਵਾਰ ਸਮਝਾਵਾਂ। ਇੱਕ ਗੱਲ, ਤੂੰ ਨਾ ਤਾਂ ਸਾਨੂੰ ਘਰੋਂ ਬਾਹਰ ਨਿਕਲਣ ਦਿੰਦੀ ਹੈ ਅਤੇ ਨਾ ਹੀ ਘਰੇ ਵੜਨ ਦਿੰਦੀ ਹੈ। ਸਾਰਾ ਦਿਨ ਆਪਣੀਆਂ ਫਰਮਾਇਸ਼ਾਂ ਪਾਈ ਰੱਖਦੀ ਹੈ। ਜਦੋਂ ਮੈਂ ਤੈਨੂੰ ਕਹਿ ਦਿੱਤਾ ਸੀ ਕਿ ਜੇਕਰ ਮਠਿਆਈ ਬਚੀ ਤਾਂ ਮੈਂ ਤੈਨੂੰ ਆਪਣੇ ਆਪ ਦੇ ਦੇਵਾਂਗੀ, ਸਾਰਾ ਦਿਨ ਤੂੰ ਕਿਉਂ ਮੈਨੂੰ ਬੁਲਾਉਂਦੀ ਰਹਿੰਦੀ ਹੈ? ਨਿਹਾਲ ਕੌਰ ਆਪਣੀ ਨੂੰਹ ਦੀ ਗੱਲ ਸੁਣ ਕੇ ਚੁੱਪ ਕਰ ਗਈ। ਕੰਮ ਵਾਲੀ ਵੀ ਹੈਰਾਨ ਹੋ ਜਾਂਦੀ ਸੀ ਕਿ ਮਨਜੀਤ ਕੌਰ ਆਪਣੀ ਸੱਸ ਨਾਲ ਇਦਾਂ ਕਿਉਂ ਕਰਦੀ ਹੈ। ਨਿਹਾਲ ਕੌਰ ਹੁਣ ਸਮਝ ਗਈ ਸੀ
ਕਿ ਉਸ ਦਾ ਪੁੱਤ ਉਸ ਦੇ ਹੱਕ ਵਿੱਚ ਕਦੇ ਨਹੀਂ ਬੋਲੇਗਾ ਅਤੇ ਉਸਨੇ ਆਪਣੇ ਨੂੰਹ ਪੁੱਤ ਨੂੰ ਬੁਲਾਉਣਾ ਹੀ ਛੱਡ ਦਿੱਤਾ। ਉਹ ਚੁੱਪਚਾਪ ਅੰਦਰ ਪਈ ਰਹਿੰਦੀ। ਜੇ ਕੋਈ ਉਸਨੂੰ ਖਾਣਾ ਦੇ ਜਾਂਦਾ ਤਾਂ ਉਹ ਖਾ ਲੈਂਦੀ। ਉਸਨੇ ਇੱਕ ਚੁੱਪੀ ਆਪਣੇ ਮਨ ਅੰਦਰ ਧਾਰ ਲਈ ਸੀ। ਇੱਕ ਦਿਨ ਨਿਹਾਲ ਕੌਰ ਦੇ ਪਿੰਡ ਵਿੱਚੋਂ, ਸ਼ਰੀਕੇ ਕਬੀਲੇ ਵਿੱਚੋਂ ਲੱਗਦੀ ਉਸਦੀ ਜਠਾਣੀ ਜੰਗੀਰ ਕੌਰ ਆਈ। ਉਹ ਮਨਜੀਤ ਕੌਰ ਨਾਲ ਗੱਲਾਂ ਕਰਨ ਤੋਂ ਬਾਅਦ ਉਸਨੂੰ ਕਹਿਣ ਲੱਗੀ ਕਿ ਤੇਰੀ ਸੱਸ ਕਿੱਥੇ ਹੈ? ਤਾਂ ਮਨਜੀਤ ਕੌਰ ਕਹਿਣ ਲੱਗੀ, ਮੇਰੀ ਸੱਸ ਨੇ ਕਿੱਥੇ ਜਾਣਾ ਹੈ? ਇਹ ਤਾਂ ਸਾਡੇ ਹੀ ਪੱਲੇ ਪਈ ਹੈ, ਹੋਵੇਗੀ ਆਪਣੇ ਕਮਰੇ ਵਿੱਚ ਪਈ। ਜਦੋਂ ਮਨਜੀਤ ਕੌਰ ਇਸ ਤਰ੍ਹਾਂ ਬੋਲੀ ਤਾਂ ਨਿਹਾਲ ਕੌਰ ਦੀ ਜਠਾਣੀ ਕਹਿਣ ਲੱਗੀ, ਧੀਏ ਇਸ ਤਰ੍ਹਾਂ ਕਿਉਂ ਬੋਲਦੀ ਹੈ? ਤੇਰੀ ਸੱਸ ਨੇ ਇਸ ਘਰ ਨੂੰ ਸਵਰਗ ਬਣਾਉਣ ਲਈ ਬਹੁਤ ਘੱਟਾ ਢੋਇਆ ਹੈ, ਤੂੰ ਉਸ ਲਈ ਇਸ ਤਰ੍ਹਾਂ ਬੋਲਦੀ ਹੈ ਤਾਂ ਮੈਨੂੰ ਚੰਗਾ ਨਹੀਂ ਲੱਗਦਾ। ਮਨਜੀਤ ਕੌਰ ਕਹਿੰਦੀ, ਤਾਈ ਜੇ ਤੁਹਾਨੂੰ ਮੇਰੀ ਸੱਸ ਦਾ ਬਹੁਤਾ ਹੀ ਵਿਰਾਗ ਆਉਂਦਾ ਹੈ ਤਾਂ ਤੁਸੀਂ ਆਪਣੇ ਨਾਲ ਰੱਖ ਲਓ ਨਾ। ਮਨਜੀਤ ਕੌਰ ਦੀ ਇਹ ਗੱਲ ਸੁਣ ਕੇ ਨਿਹਾਲ ਕੌਰ ਦੀ ਜਠਾਣੀ ਜੰਗੀਰੋ ਨੂੰ ਗੁੱਸਾ ਆ ਗਿਆ। ਉਹ ਨਿਹਾਲ ਕੌਰ ਕੋਲ ਆਈ ਅਤੇ ਨਿਹਾਲ ਕੌਰ ਨੂੰ ਇਸ ਤਰ੍ਹਾਂ ਉਦਾਸ ਵੇਖ ਕੇ ਪੁੱਛਣ ਲੱਗੀ, ਨਿਹਾਲ ਕੁੜੇ ਤੈਨੂੰ ਕੀ ਹੋ ਗਿਆ? ਤੂੰ ਤਾਂ ਜਮਾਂ ਹੀ ਚੁੱਪ ਵੱਟੀ ਪਈ ਹੈ, ਤੇਰਾ ਚਿਹਰਾ ਤਾਂ ਜਮਾਂ ਖੁਸ਼ਕ ਹੋਇਆ ਪਿਆ ਹੈ। ਆਪਣੀ ਜਠਾਣੀ ਦੇ ਇਸ ਤਰ੍ਹਾਂ ਕਹਿਣ ਦੀ ਦੇਰ ਸੀ ਕਿ ਨਿਹਾਲ ਕੌਰ ਫੁੱਟ ਪਈ। ਉਸਨੇ ਆਪਣੀ ਜਠਾਣੀ ਨੂੰ ਆਪਣੇ ਪੁੱਤ ਨੂੰਹ ਦਾ ਆਪਣੇ ਪ੍ਰਤੀ ਵਤੀਰਾ ਦੱਸਿਆ ਤਾਂ ਜੰਗੀਰੋ ਕਹਿਣ ਲੱਗੀ, ਨਾ ਭੈਣੇ, ਮੇਰੇ ਨੂੰਹ ਪੁੱਤ ਤਾਂ ਮੇਰੀ ਬਹੁਤ ਸੇਵਾ ਕਰਦੇ ਨੇ, ਉਹ ਤਾਂ ਮੈਨੂੰ ਕਦੇ ਵੀ ਉੱਚੀ ਨਹੀਂ ਬੋਲਦੇ। ਨਿਹਾਲ ਕੌਰ ਕਹਿੰਦੀ, ਪਰ ਮੇਰਾ ਪੁੱਤ ਤਾਂ ਮੈਨੂੰ ਕਦੇ ਬੁਲਾਉਂਦਾ ਹੀ ਨਹੀਂ। ਨੂੰਹ ਸਾਰਾ ਦਿਨ ਗੱਲ-ਗੱਲ ਤੇ ਚਾਰੇ ਪੈਰ ਚੱਕ ਕੇ ਆਉਂਦੀ ਹੈ। ਜੰਗੀਰੋ ਕਹਿਣ ਲੱਗੀ, ਤੂੰ ਕਮਲੀ ਆ ਨਾ, ਤੇਰੇ ਨਾਮ ਜ਼ਮੀਨ ਹੈ, ਘਰ ਹੈ, ਤੂੰ ਕਿਉਂ ਨਹੀਂ ਆਪਣਾ ਹੱਕ ਜਤਾਉਂਦੀ? ਬਜ਼ੁਰਗਾਂ ਨੇ ਕਿਹੜਾ ਕਿਤੇ ਕੁਝ ਲੈ ਕੇ ਜਾਣਾ ਹੁੰਦਾ, ਪਰ ਇਹੀ ਉਮਰ ਤਾਂ ਹੁੰਦੀ ਆ ਨੂੰਹ ਪੁੱਤ ਤੋਂ ਸੇਵਾ ਕਰਾਉਣ ਦੀ। ਨਾਲੇ ਸੇਵਾ ਕਿਹੜਾ ਅਸੀਂ ਏਦਾਂ ਭਾਲਦੀਆਂ ਕਿ ਸਾਰਾ ਦਿਨ ਸਾਡੇ ਅੱਗੇ ਪਿੱਛੇ ਫਿਰਦੇ ਰਹੋ। ਜਿਹੜਾ ਨੂੰਹ ਪੁੱਤ ਆਪਣੀ ਬਜ਼ੁਰਗ ਮਾਂ ਨੂੰ ਰੋਟੀ ਨਹੀਂ ਦੇ ਸਕਦਾ, ਉਸਨੂੰ ਪਿਆਰ ਦੇ ਦੋ ਬੋਲ ਨਹੀਂ ਬੋਲ ਸਕਦਾ, ਇਹੋ ਜਿਹੇ ਨੂੰਹ ਪੁੱਤ ਤੋਂ ਕੀ ਕਰਾਉਣਾ ਹੈ? ਨਿਹਾਲ ਕੌਰ ਕਹਿਣ ਲੱਗੀ, ਮੈਂ ਆਪਣੇ ਨਾਮ ਜੋ ਪ੍ਰਾਪਰਟੀ ਹੈ ਉਸ ਦਾ ਕੀ ਕਰਾਂ? ਉਹ ਤਾਂ ਇਹਨਾਂ ਨੂੰ ਵੀ ਪਤਾ ਹੈ ਕਿ ਮੇਰੇ ਨਾਮ ਜ਼ਮੀਨ ਅਤੇ ਘਰ ਹੈ, ਉਹ ਤਾਂ ਖੁਦ ਇਹਨਾਂ ਨੂੰ ਸੋਚਣਾ ਚਾਹੀਦਾ ਹੈ। ਤਾਂ ਜੰਗੀਰੋ ਕਹਿਣ ਲੱਗੀ ਕਿ ਜੇ ਕਿ ਉਹ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਉਂਗਲ ਟੇਢੀ ਕਰ ਲੈਣੀ ਚਾਹੀਦੀ ਹੈ। ਜੇ ਤੂੰ ਚਾਹੁੰਦੀ ਹੈ ਕਿ ਤੇਰੀ ਇਸ ਘਰ ਵਿੱਚ ਇੱਜ਼ਤ ਹੋਵੇ ਤਾਂ ਤੈਨੂੰ ਸਟੈਂਡ ਲੈਣਾ ਪਵੇਗਾ। ਮੈਂ ਆਪਣੇ ਪੁੱਤ ਨੂੰ ਕਹਿ ਕੇ ਵਕੀਲ ਭੇਜ ਦਿੰਦੀ ਹਾਂ, ਤੂੰ ਵਕੀਲ ਕੋਲ ਸਾਰੀ ਗੱਲਬਾਤ ਕਰ ਅਤੇ ਆਪਣੀ ਜ਼ਮੀਨ ਅਤੇ ਘਰ ਤੇ ਹੱਕ ਜਤਾ। ਜੇ ਤੇਰੇ ਪੁੱਤ ਨੂੰ 2 ਦਿਨਾਂ ਵਿੱਚ ਸਿੱਧੇ ਨਾ ਹੋਏ ਤਾਂ ਤੂੰ ਮੇਰਾ ਨਾਮ ਵਟਾ ਦੀ। ਨਿਹਾਲ ਕੌਰ ਨੂੰ ਜੰਗੀਰ ਕੌਰ ਦੀ ਇਹ ਗੱਲ ਸਹੀ ਲੱਗੀ। ਵੈਸੇ ਉਹ ਚਾਹੁੰਦੀ ਤਾਂ ਨਹੀਂ ਸੀ ਆਪਣੇ ਨੂੰਹ ਪੁੱਤ ਖਿਲਾਫ ਵਕੀਲ ਕਰਨਾ, ਪਰ ਉਹ ਸਮਝ ਗਈ ਸੀ ਕਿ ਜੇਕਰ ਇਹੀ ਹਾਲ ਰਿਹਾ ਤਾਂ ਮੇਰੀ ਨੂੰਹ ਜਿਹੜੀ ਮੈਨੂੰ ਇੱਕ ਰੋਟੀ ਦਿੰਦੀ ਹੈ ਉਹ ਵੀ ਉਸਨੇ ਬੰਦ ਕਰ ਦੇਣੀ ਹੈ। ਉਸਨੇ ਸੋਚਿਆ ਕਿ ਮੇਰੇ ਘਰ ਵਾਲੇ ਨੇ ਕਦੇ ਵੀ ਕਿਸੇ ਦਾ ਮੂੰਹ ਨਹੀਂ ਸੀ ਫਟਕਾਰਿਆ ਅਤੇ ਇਹ ਮੈਨੂੰ 2 ਰੋਟੀਆਂ ਦਾ ਮੁਹਤਾਜ ਕਰੀ ਬੈਠੀ ਹੈ। ਉਸਨੇ ਜੰਗੀਰੋ ਨੂੰ ਕਿਹਾ ਕਿ ਚੰਗਾ, ਫਿਰ ਤੂੰ ਆਪਣੇ ਪੁੱਤ ਨੂੰ ਵਕੀਲ ਲੈ ਕੇ ਭੇਜ ਦੇ। ਜੰਗੀਰੋ ਨੇ ਆਪਣੇ ਪੁੱਤਰ ਨਾਲ ਘਰ ਜਾ ਕੇ ਗੱਲ ਕੀਤੀ ਤਾਂ ਉਸਨੂੰ ਬੜੀ ਹੈਰਾਨੀ ਹੋਈ ਕਿ ਨਿਹਾਲ ਕੌਰ ਚਾਚੀ ਨਾਲ ਘਰ ਦੇ ਵਿੱਚ ਇਦਾਂ ਦਾ ਸਲੂਕ ਹੁੰਦਾ ਹੈ। ਉਹ ਕਹਿਣ ਲੱਗਾ, ਮਾਂ, ਨਿਹਾਲ ਕੌਰ ਚਾਚੀ ਲਈ ਅਸੀਂ ਸਟੈਂਡ ਲਵਾਂਗੇ, ਅਸੀਂ ਉਹਨਾਂ ਨੂੰ ਉਹਨਾਂ ਦਾ ਬਣਦਾ ਇੱਜ਼ਤ ਪਿਆਰ ਦਿਲਵਾ ਕੇ ਰਹਾਂਗੇ। ਫਿਰ ਉਹ ਆਪਣੇ ਇੱਕ ਵਕੀਲ ਦੋਸਤ ਨੂੰ ਫੋਨ ਕਰਦਾ ਹੈ ਅਤੇ ਉਸ ਨੂੰ ਸਾਰੀ ਗੱਲ ਦੱਸਦਾ ਹੈ। ਵਕੀਲ ਪੁੱਛਦਾ ਹੈ ਕਿ ਜ਼ਮੀਨ ਦੇ ਕਾਗਜ਼ਾਤ ਕਿਸ ਕੋਲ ਨੇ? ਤਾਂ ਜੰਗੀਰ ਕੌਰ ਦਾ ਮੁੰਡਾ ਬੇਅੰਤ ਸਿੰਘ ਕਹਿੰਦਾ ਹੈ ਕਿ ਇਸ ਗੱਲ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਨੂੰ ਇਹ ਗੱਲ ਜ਼ਰੂਰ ਪਤਾ ਹੈ ਕਿ ਜ਼ਮੀਨ ਅਤੇ ਘਰ ਅੰਕਲ ਨੇ ਵਸੀਅਤ ਕਰਾਈ ਹੋਈ ਸੀ। ਬੇਅੰਤ ਸਿੰਘ ਨੇ ਵਕੀਲ ਨੂੰ ਪੁੱਛਿਆ ਕਿ ਕੀ ਕਚਹਿਰੀਆਂ ਵਿੱਚੋਂ ਸਾਰਾ ਡਾਟਾ ਨਿਕਲ ਆਵੇਗਾ? ਵਕੀਲ ਨੇ ਕਿਹਾ ਹਾਂ। ਤਾਂ ਉਹ ਕਹਿਣ ਲੱਗਾ ਕਿ ਤੁਸੀਂ ਮਾਲਕ ਨੂੰ ਲੈ ਕੇ ਕਚਹਿਰੀ ਆ ਜਾਇਓ। ਬੇਅੰਤ ਸਿੰਘ ਨੇ ਆਪਣੀ ਮਾਂ ਨੂੰ ਕਿਹਾ ਕਿ ਮੰਮੀ, ਚਾਚੀ ਨੂੰ ਸਾਨੂੰ ਨਾਲ ਲੈ ਕੇ ਕਚਹਿਰੀਆਂ ਵਿੱਚ ਜਾਣਾ ਪਵੇਗਾ, ਫਿਰ ਹੀ ਸਾਨੂੰ ਪਤਾ ਲੱਗੇਗਾ ਕਿ ਚਾਚੀ ਦੇ ਨਾਂ ਕਿੰਨੀ ਜ਼ਮੀਨ ਅਤੇ ਘਰ ਹੈ। ਜੇ ਇਹ ਕਲੀਅਰ ਹੋ ਗਿਆ ਤਾਂ ਸਾਰੀ ਪ੍ਰਾਪਰਟੀ ਉਸਦੇ ਨਾਂ ਤੇ ਹੈ ਤਾਂ ਉਹ ਕੇਸ ਕਰ ਸਕਦੇ ਨੇ। ਜੰਗੀਰ ਕੌਰ ਨਿਹਾਲ ਕੌਰ ਕੋਲ ਆਈ ਅਤੇ ਉਸ ਨੂੰ ਕਹਿਣ ਲੱਗੀ ਕਿ ਤਿਆਰ ਹੋ ਜਾ, ਆਪਾਂ ਕਚਹਿਰੀ ਜਾਣਾ ਹੈ। ਪਰ ਨਿਹਾਲ ਕੌਰ ਦੀ ਇੰਨੀ ਹਿੰਮਤ ਨਹੀਂ ਸੀ ਕਿ ਉਹ ਜੰਗੀਰ ਕੌਰ ਨਾਲ ਕਚਹਿਰੀ ਜਾਣ ਲਈ ਤਿਆਰ ਹੋਵੇ। ਉਸਨੇ ਕਿਹਾ ਕਿ ਜਦੋਂ ਮੇਰੀ ਨੂੰਹ ਪੁੱਛੇਗੀ
ਕਿ ਤੂੰ ਕਿੱਥੇ ਜਾ ਰਹੀ ਹੈ ਤਾਂ ਮੈਂ ਕੀ ਜਵਾਬ ਦੇਵਾਂਗੀ। ਜੰਗੀਰ ਕੌਰ ਕਹਿੰਦੀ, ਇਸ ਗੱਲ ਦਾ ਫਿਕਰ ਨਾ ਕਰ, ਤੂੰ ਬਸ ਤਿਆਰ ਹੋ ਜਾ। ਉਸਨੇ ਆਪਣੇ ਟਰੰਕ ਵਿੱਚੋਂ ਨਿਹਾਲ ਕੌਰ ਨੂੰ ਇੱਕ ਸੂਟ ਦਿੱਤਾ ਅਤੇ ਕਹਿਣ ਲੱਗੀ, ਜਾ ਨਹਾਇਆ। ਨਿਹਾਲ ਕੌਰ ਕਹਿਣ ਲੱਗੀ ਕਿ ਮੈਂ ਤਾਂ 4-5 ਦਿਨਾਂ ਤੋਂ ਨਹਾਉਂਦੀ ਹਾਂ, ਨੂੰ ਮੈਨੂੰ ਬਾਥਰੂਮ ਵਿੱਚ ਨਹੀਂ ਵੜਨ ਦਿੰਦੀ, ਮੈਂ ਤਾਂ ਬਿਨਾਂ ਨਹਾਏ ਹੀ ਚੱਲਦੀ ਹਾਂ, ਕੱਪੜੇ ਵੀ ਇਹੀ ਲੈ ਜਾਂਦੀ ਹਾਂ। ਪਰ ਨਿਹਾਲ ਕੌਰ ਦੇ ਜੋ ਕੱਪੜੇ ਪਾਏ ਸੀ ਉਹ ਬਹੁਤ ਮੈਲੇ ਹੋ ਚੁੱਕੇ ਸੀ। ਉਸਦੀ ਜਠਾਣੀ ਨੇ ਕਿਹਾ ਕਿ ਨਹੀਂ, ਕੱਪੜੇ ਤਾਂ ਬਦਲ ਲੈ। ਜਿਹੜਾ ਸੂਟ ਜੰਗੀਰ ਕੌਰ ਨੇ ਉਸਨੂੰ ਪਾਉਣ ਲਈ ਕੱਢ ਕੇ ਦਿੱਤਾ ਉਹ ਵੀ ਕੋਈ ਬਹੁਤਾ ਵਧੀਆ ਧੋਤਾ ਹੋਇਆ ਨਹੀਂ ਸੀ। ਫੇਰ ਵੀ ਨਿਹਾਲ ਕੌਰ ਨੇ ਉਹ ਸੂਟ ਪਾ ਲਿਆ ਅਤੇ ਜਦੋਂ ਨਿਹਾਲ ਕੌਰ ਜੰਗੀਰ ਕੌਰ ਨਾਲ ਜਾਣ ਲੱਗੀ ਤਾਂ ਉਸਦੀ ਨੂੰਹ ਦੀ ਕੜਕਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ ਅਤੇ ਕਹਿਣ ਲੱਗੀ, ਬੁੜੀਏ, ਹੁਣ ਤੇਰੀ ਇੰਨੀ ਹਿੰਮਤ ਕਿ ਤੂੰ ਸਾਨੂੰ ਬਿਨਾਂ ਪੁੱਛੇ ਦੱਸੇ ਘਰੋਂ ਬਾਹਰ ਪੈਰ ਪਾਵੇਂ। ਕਿੱਥੇ ਚੱਲੀ ਹੈ ਤੂੰ? ਜੰਗੀਰ ਕੌਰ ਬੋਲੀ, ਤੂੰ ਚੁੱਪ ਹੀ ਰਹੇ ਤਾਂ ਚੰਗਾ ਹੈ। ਇਹ ਮੇਰੇ ਨਾਲ ਜਾ ਰਹੀ ਹੈ, ਥੋੜੇ ਟਾਈਮ ਵਿੱਚ ਤੈਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਕਿੱਥੇ ਗਈਆਂ ਸੀ। ਚੁੱਪਚਾਪ ਇਹਨੂੰ ਮੇਰੇ ਨਾਲ ਜਾਣ ਦੇ, ਨਹੀਂ ਤਾਂ ਤੇਰੇ ਨਾਲ ਉਹ ਹੋਵੇਗੀ ਜੋ ਕਦੇ ਕਿਸੇ ਨਾਲ ਨਹੀਂ ਹੋਈ। ਜੰਗੀਰ ਕੌਰ ਦੀ ਇਹ ਆਵਾਜ਼ ਸੁਣ ਕੇ ਮਨਜੀਤ ਕੌਰ ਕਹਿਣ ਲੱਗੀ, ਤੂੰ ਹੁੰਦੀ ਕੌਣ ਹੈ ਸਾਡੇ ਘਰ ਵਿੱਚ ਦਖਲ ਅੰਦਾਜ਼ੀ ਕਰਨ ਵਾਲੀ? ਜਿੰਨਾ ਟਾਈਮ ਤੂੰ ਨਹੀਂ ਦੱਸਦੀ ਕਿ ਤੂੰ ਮੇਰੀ ਸੱਸ ਨੂੰ ਕਿੱਥੇ ਲੈ ਕੇ ਜਾ ਰਹੀ ਹੈ ਤਾਂ ਮੈਂ ਇਸ ਘਰ ਦੀ ਡੇਲੀ ਵੀ ਤੁਹਾਨੂੰ ਨਹੀਂ ਟੱਪਣ ਦੇਵਾਂਗੀ। ਜੰਗੀਰ ਕੌਰ ਨੇ ਆਪਣੀ ਸੋਟੀ ਖੜਕਾਈ ਤੇ ਕਿਹਾ, ਮੇਰੇ ਵਿੱਚ ਅੱਜ ਵੀ ਇੰਨੀ ਹਿੰਮਤ ਹੈ ਕਿ ਜੇ ਤੂੰ ਮੇਰਾ ਮੁਕਾਬਲਾ ਵੀ ਕਰੇ ਤਾਂ ਵੀ ਮੈਂ ਤੈਨੂੰ ਖੜਨ ਨਾ ਦੇਵਾਂ। ਉਹ ਤਾਂ ਨਿਹਾਲ ਕੌਰ ਹੀ ਨਰਮ ਹੈ ਜਿਹੜੀ ਤੇਰੇ ਤੋਂ ਛਿੱਤਰ ਖਾਂਦੀ ਹੈ, ਮੈਂ ਤਾਂ ਤੇਰੇ ਵਰਗੀ ਨੂੰ ਮੂੰਹ ਨਾ ਲਾਵਾਂ। ਚੁੱਪਚਾਪ ਸਾਡਾ ਰਸਤਾ ਛੱਡ ਦੇ। ਮਨਜੀਤ ਕੌਰ ਜੰਗੀਰ ਕੌਰ ਦਾ ਇਹ ਵਤੀਰਾ ਵੇਖ ਕੇ ਡਰ ਗਈ ਅਤੇ ਪਾਸੇ ਹੋ ਗਈ। ਜੰਗੀਰ ਕੌਰ ਆਪਣੀ ਦਰਾਣੀ ਨਿਹਾਲ ਕੌਰ ਨੂੰ ਲੈ ਕੇ ਘਰ ਆ ਗਈ। ਉਸਦਾ ਪੁੱਤ ਗੱਡੀ ਲੈ ਕੇ ਤਿਆਰ ਖੜਾ ਸੀ। ਉਹ ਦੋਨਾਂ ਨੂੰ ਕਚਹਿਰੀ ਲੈ ਗਿਆ। ਕਚਹਿਰੀ ਜਾ ਕੇ ਉਹਨਾਂ ਨੇ ਜਦੋਂ ਸਾਰਾ ਪਤਾ ਕੀਤਾ ਤਾਂ 5 ਕਿੱਲੇ ਜ਼ਮੀਨ ਅਤੇ ਉਹ ਘਰ ਜਿਸ ਵਿੱਚ ਉਹ ਰਹਿ ਰਹੇ ਸੀ ਨਿਹਾਲ ਕੌਰ ਦੇ ਨਾਮ ਸੀ। ਵਕੀਲ ਨੇ ਕਿਹਾ ਕਿ ਬੇਬੇ, ਤੂੰ ਆਪਣੇ ਪੁੱਤ ਨੂੰ ਚੰਗਾ ਸਬਕ ਸਿਖਾ ਸਕਦੀ ਹੈ। ਤੂੰ ਇਸ ਤਰ੍ਹਾਂ ਕਰ, ਘਰ ਚੱਲ, ਸ਼ਾਮ ਨੂੰ ਮੈਂ ਆਉਂਦਾ ਹਾਂ, ਬਾਕੀ ਮੇਰਾ ਕੰਮ ਹੈ। ਨਿਹਾਲ ਕੌਰ ਦੁਪਹਿਰ ਨੂੰ ਘਰ ਆ ਗਈ। ਜੰਗੀਰ ਕੌਰ ਅਤੇ ਉਸਦਾ ਪੁੱਤਰ ਉਸਨੂੰ ਗੱਡੀ ਵਿੱਚੋਂ ਉਤਾਰ ਕੇ ਉਸਦੇ ਘਰ ਛੱਡ ਗਏ। ਜਦੋਂ ਉਹ ਘਰ ਵੜਨ ਲੱਗੀ ਤਾਂ ਉਸਦੀ ਨੂੰਹ ਕਹਿਣ ਲੱਗੀ, ਖਬਰਦਾਰ ਬੁੜੀਏ, ਜੇ ਮੇਰੇ ਘਰ ਦੀ ਦੇਲੀ ਟੱਪੀ, ਜਿੱਥੋਂ ਆਈ ਹੈ ਉੱਥੇ ਹੀ ਚਲੀ ਜਾ, ਤੇਰੀ ਇਸ ਘਰ ਵਿੱਚ ਹੁਣ ਕੋਈ ਜਗ੍ਹਾ ਨਹੀਂ ਆ। ਜੰਗੀਰ ਕੌਰ ਨੂੰ ਪਤਾ ਸੀ ਕਿ ਮਨਜੀਤ ਕੌਰ ਨਿਹਾਲ ਕੌਰ ਨੂੰ ਪੁੱਠਾ ਹੀ ਬੋਲੇਗੀ, ਇਸ ਲਈ ਉਸਦੇ ਪਿੱਛੇ ਹੀ ਗੇਟ ਵਿੱਚ ਖੜੀ ਸੀ। ਜਦੋਂ ਜੰਗੀਰ ਕੌਰ ਨੇ ਮਨਜੀਤ ਕੌਰ ਦੀ ਰੁੱਖੀ ਆਵਾਜ਼ ਸੁਣੀ ਤਾਂ ਉਸਨੇ ਨਿਹਾਲ ਕੌਰ ਨੂੰ ਕਿਹਾ ਕਿ ਮੈਨੂੰ ਪਤਾ ਸੀ ਤੇਰੀ ਨੂੰਹ ਇਸ ਤਰ੍ਹਾਂ ਹੀ ਬੋਲੇਗੀ। ਚੱਲ, ਤੈਨੂੰ ਇਸ ਘਰ ਵਿੱਚ ਰਹਿਣ ਦੀ ਲੋੜ ਵੀ ਨਹੀਂ ਆ, ਮੇਰੇ ਨਾਲ ਗੱਡੀ ਵਿੱਚ ਬੈਠ ਤੇ ਸਾਡੇ ਘਰ ਚੱਲ। ਮਨਜੀਤ ਕੌਰ ਵੀ ਇਹ ਸਮਝ ਗਈ ਕਿ ਮੇਰੀ ਸੱਸ ਜੰਗੀਰ ਕੌਰ ਨਾਲ ਗੱਡੀ ਵਿੱਚ ਕਿਤੇ ਜਾ ਕੇ ਆਈ ਹੈ, ਕਿਉਂਕਿ ਗੱਡੀ ਉਹਨਾਂ ਦੇ ਗੇਟ ਦੇ ਸਾਹਮਣੇ ਖੜੀ ਸੀ। ਨਿਹਾਲ ਕੌਰ ਚੁੱਪਚਾਪ ਜੰਗੀਰ ਕੌਰ ਨਾਲ ਗੱਡੀ ਵਿੱਚ ਬੈਠ ਕੇ ਚਲੀ ਗਈ। ਸ਼ਾਮ ਨੂੰ ਜਦੋਂ ਵਕੀਲ ਆਇਆ, ਉਸਨੇ ਆ ਕੇ ਮਨਜੀਤ ਕੌਰ ਦੇ ਘਰ ਦਾ ਦਰਵਾਜ਼ਾ ਖੜਕਾਇਆ। ਮਨਜੀਤ ਕੌਰ ਘਰ ਵਿੱਚ ਇਕੱਲੀ ਸੀ। ਵਕੀਲ ਆ ਕੇ ਪੁੱਛਣ ਲੱਗਾ ਕਿ ਕੀ ਇਹ ਨਿਹਾਲ ਕੌਰ ਦਾ ਘਰ ਹੈ? ਮਨਜੀਤ ਕੌਰ ਕਹਿਣ ਲੱਗੀ, ਨਹੀਂ, ਇਹ ਉਸਦੇ ਪੁੱਤਰ ਅਤੇ ਨੂੰਹ ਦਾ ਘਰ ਹੈ। ਤਾਂ ਵਕੀਲ ਕਹਿਣ ਲੱਗਾ ਕਿ ਕਾਨੂੰਨਨ ਇਹ ਘਰ ਨਿਹਾਲ ਕੌਰ ਜੀ ਦਾ ਹੈ ਅਤੇ ਮੈਂ ਨਿਹਾਲ ਕੌਰ ਨੂੰ ਮਿਲਣਾ ਚਾਹੁੰਦਾ ਹਾਂ। ਤਾਂ ਉਹ ਕਹਿਣ ਲੱਗੀ ਕਿ ਨਿਹਾਲ ਕੌਰ ਹੁਣ ਇੱਥੇ ਨਹੀਂ ਰਹਿੰਦੀ। ਤਾਂ ਵਕੀਲ ਕਹਿਣ ਲੱਗਾ ਕਿ ਮੈਂ ਤਾਂ ਘਰ ਦੇ ਮਾਲਕ ਨੂੰ ਮਿਲਣਾ ਚਾਹੁੰਦਾ ਹਾਂ, ਮੈਨੂੰ ਬਹੁਤ ਜ਼ਰੂਰੀ ਕੰਮ ਹੈ। ਮਨਜੀਤ ਕੌਰ ਕਹਿੰਦੀ, ਮੈਂ ਤੈਨੂੰ ਕਿੰਨੇ ਕੁ ਵਾਰ ਦੱਸਾਂ ਕਿ ਨਿਹਾਲ ਕੌਰ ਹੁਣ ਇੱਥੇ ਨਹੀਂ ਰਹਿੰਦੀ, ਤੂੰ ਮੈਨੂੰ ਦੱਸ ਕੀ ਕੰਮ ਹੈ। ਜਦੋਂ ਵਕੀਲ ਨੇ ਮਨਜੀਤ ਕੌਰ ਦੇ ਬੋਲ ਸੁਣੇ ਤਾਂ ਉਹ ਵੀ ਸਮਝ ਗਿਆ ਕਿ ਇਹ ਔਰਤ ਕਿੰਨੀ ਰੁੱਖੀ ਹੈ, ਜ਼ਰੂਰ ਹੀ ਇਹ ਆਪਣੀ ਸੱਸ ਨਾਲ ਬਦਸਲੂਕੀ ਕਰਦੀ ਹੋਵੇਗੀ। ਉਸ ਤੋਂ ਬਾਅਦ ਵਕੀਲ ਨੇ ਜਗਤਾਰ ਸਿੰਘ ਨੂੰ ਫੋਨ ਕੀਤਾ ਤਾਂ ਜਗਤਾਰ ਸਿੰਘ ਨੇ ਵਕੀਲ ਨੂੰ ਕਿਹਾ ਕਿ ਚਾਚੀ ਸਾਡੇ ਕੋਲ ਹੈ, ਤੁਸੀਂ ਇੱਥੇ ਆ ਜਾਓ। ਵਕੀਲ ਸਾਰੇ ਕਾਗਜ਼ ਲੈ ਕੇ ਜੰਗੀਰ ਕੌਰ ਦੇ ਘਰ ਚਲਾ ਗਿਆ ਅਤੇ ਉੱਥੇ ਬੈਠ ਕੇ ਉਹਨਾਂ ਨੇ ਨਿਹਾਲ ਕੌਰ ਦੇ ਪੁੱਤਰ ਨੂੰ ਫੋਨ ਕੀਤਾ ਤੇ ਕਿਹਾ ਕਿ ਜਿਸ ਘਰ ਵਿੱਚ ਤੁਸੀਂ ਰਹਿ ਰਹੇ ਹੋ ਉਹ ਨਿਹਾਲ ਕੌਰ ਦਾ ਘਰ ਹੈ, ਤੁਹਾਨੂੰ ਉਹ ਘਰ ਦਾ ਕਬਜ਼ਾ ਛੱਡਣਾ ਪਵੇਗਾ ਅਤੇ ਜੋ ਨਿਹਾਲ ਕੌਰ ਦੀ 5 ਕਿੱਲੇ ਜ਼ਮੀਨ ਹੈ
ਉਹ ਕਬਜ਼ਾ ਵੀ ਤੁਹਾਨੂੰ ਛੱਡਣਾ ਹੋਵੇਗਾ। ਇਹ ਗੱਲ ਸੁਣ ਕੇ ਨਿਹਾਲ ਕੌਰ ਦੇ ਪੁੱਤਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਉਹ ਕਹਿਣ ਲੱਗਾ, ਕੀ ਹੋਇਆ ਹੈ? ਤਾਂ ਵਕੀਲ ਕਹਿਣ ਲੱਗਾ ਕਿ ਇਹ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ, ਕਿਉਂਕਿ ਤੁਸੀਂ ਸਾਰਾ ਦਿਨ ਉਸ ਘਰ ਵਿੱਚ ਰਹਿੰਦੇ ਹੋ। ਤਾਂ ਨਿਹਾਲ ਕੌਰ ਦਾ ਪੁੱਤ ਸਮਝ ਗਿਆ ਕਿ ਮੇਰੀ ਮਾਂ ਜੰਗੀਰ ਕੌਰ ਤਾਈ ਨਾਲ ਜ਼ਰੂਰ ਵਕੀਲ ਕੋਲ ਗਈ ਹੋਵੇਗੀ, ਕਿਉਂਕਿ ਮਨਜੀਤ ਕੌਰ ਨੇ ਉਸਨੂੰ ਫੋਨ ਕਰਕੇ ਦੱਸ ਦਿੱਤਾ ਸੀ ਕਿ ਤੇਰੀ ਮਾਂ ਸਵੇਰ ਦੀ ਘਰੋਂ ਗਈ ਹੈ। ਨਿਹਾਲ ਕੌਰ ਦੇ ਪੁੱਤਰ ਨੇ ਸੋਚਿਆ ਕਿ ਜੇ ਮਾਂ ਨੇ ਸਾਨੂੰ ਘਰੋਂ ਕੱਢ ਦਿੱਤਾ ਅਤੇ ਜ਼ਮੀਨ ਆਪਣੇ ਕਬਜ਼ੇ ਹੇਠ ਕਰ ਲਈ ਤਾਂ ਅਸੀਂ ਭੁੱਖੇ ਮਰ ਜਾਵਾਂਗੇ, ਕਿਉਂਕਿ ਉਹ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ ਜਿਸ ਦੀ ਕੋਈ ਬਹੁਤੀ ਤਨਖਾਹ ਨਹੀਂ ਸੀ। ਉਹ ਜ਼ਿਆਦਾ ਖਰਚਾ ਜ਼ਮੀਨ ਦੇ ਠੇਕੇ ਹਿੱਸੇ ਵਿੱਚੋਂ ਹੀ ਕਰਦਾ ਸੀ। ਉਹ ਵਕੀਲ ਨੂੰ ਕਹਿਣ ਲੱਗਾ ਕਿ ਤੁਸੀਂ ਕਾਹਲ ਨਾ ਕਰੋ, ਮੈਂ ਘਰ ਆਉਂਦਾ ਹਾਂ, ਤੁਸੀਂ ਘਰ ਆ ਜਾਓ। ਫਿਰ ਜੰਗੀਰ ਕੌਰ, ਉਸ ਦਾ ਪੁੱਤਰ ਬੇਅੰਤ ਸਿੰਘ, ਵਕੀਲ ਅਤੇ ਨਿਹਾਲ ਕੌਰ ਭੁਪਿੰਦਰ ਸਿੰਘ ਦੇ ਘਰ ਚਲੇ ਜਾਂਦੇ ਨੇ। ਮਨਜੀਤ ਕੌਰ ਦੇ ਘਰ ਵਾਲਾ ਭੁਪਿੰਦਰ ਸਿੰਘ ਘਰ ਆ ਜਾਂਦਾ ਹੈ। ਵਕੀਲ ਨਿਹਾਲ ਕੌਰ ਦੇ ਪੁੱਤਰ ਭੁਪਿੰਦਰ ਸਿੰਘ ਨੂੰ ਉਹੀ ਗੱਲ ਦੁਹਰਾਉਂਦਾ ਹੈ। ਉਹ ਕਹਿੰਦਾ ਹੈ ਕਿ ਵਕੀਲ ਸਾਹਿਬ, ਤੁਸੀਂ ਮੇਰੀ ਪੂਰੀ ਗੱਲ ਸੁਣੋ। ਜੋ ਗੱਲ ਤੁਸੀਂ ਕਹਿ ਰਹੇ ਹੋ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਔਰਤਾਂ ਦੀ ਆਦਤ ਹੁੰਦੀ ਹੈ ਸਾਰਾ ਦਿਨ ਇੱਕ ਦੂਜੇ ਨਾਲ ਕਿਚ-ਕਿਚ ਕਰਨ ਦੀ, ਪਰ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਮੇਰੀ ਮਾਂ ਨਾਲ ਇਸ ਘਰ ਵਿੱਚ ਕਦੇ ਵੀ ਬਦਸਲੂਕੀ ਨਹੀਂ ਹੋਵੇਗੀ। ਪਰ ਤੁਸੀਂ ਇਸ ਘਰ ਦਾ ਕਬਜ਼ਾ ਨਾ ਛਡਾਓ ਅਤੇ ਨਾ ਹੀ ਜ਼ਮੀਨ ਮੇਰੇ ਕੋਲੋਂ ਮੇਰੀ ਮਾਂ ਨੂੰ ਦਿਵਾਓ। ਨਿਹਾਲ ਕੌਰ ਕਹਿਣ ਲੱਗੀ, ਪੁੱਤ, ਜਦੋਂ ਹੁਣ ਤੱਕ ਤੂੰ ਕਦੇ ਮੇਰੇ ਹੱਕ ਵਿੱਚ ਨਹੀਂ ਬੋਲਿਆ ਤਾਂ ਅੱਗੇ ਤੋਂ ਵੀ ਮੈਂ ਤੇਰੇ ਤੋਂ ਕੋਈ ਉਮੀਦ ਨਹੀਂ ਰੱਖ ਸਕਦੀ। ਇਸ ਲਈ ਤੁਸੀਂ ਆਪਣੇ ਰਹਿਣ ਦਾ ਪ੍ਰਬੰਧ ਕਿਤੇ ਹੋਰ ਕਰ ਲਵੋ। ਇਹ ਘਰ ਮੇਰਾ ਹੈ ਅਤੇ ਜ਼ਮੀਨ ਵੀ ਮੇਰੇ ਪਤੀ ਦੀ ਹੈ, ਜੋ ਉਸਨੇ ਆਪਣੀ ਮਿਹਨਤ ਨਾਲ ਬਣਾਈ ਹੈ। ਬਾਕੀ ਤੇਰੇ ਦਾਦੇ ਵਾਲੀ ਜ਼ਮੀਨ ਜੋ ਤੇਰੇ ਪਾਪਾ ਨੂੰ ਮਿਲੀ ਸੀ, ਉਹ ਸਾਰੀ ਤੇਰੇ ਨਾਮ ਹੈ। ਤੁਸੀਂ ਆਪੇ ਉਹਦੇ ਨਾਲ ਗੁਜ਼ਾਰਾ ਕਰੋ। ਪਰ ਮਨਜੀਤ ਕੌਰ ਦਾ ਪਤੀ ਨਿਹਾਲ ਕੌਰ ਦਾ ਪੁੱਤਰ ਭੁਪਿੰਦਰ ਸਿੰਘ ਘਰ ਅਤੇ ਜ਼ਮੀਨ ਛੱਡਣਾ ਨਹੀਂ ਚਾਹੁੰਦਾ ਸੀ। ਉਸਨੇ ਆਪਣੀ ਮਾਂ ਦੇ ਤਰਲੇ ਕੀਤੇ, ਪਰ ਨਿਹਾਲ ਕੌਰ ਨੇ ਮਨ ਬਣਾ ਲਿਆ ਸੀ ਕਿ ਉਹ ਆਪਣੇ ਪੁੱਤ ਨੂੰ ਸਬਕ ਸਿਖਾ ਕੇ ਰਹੇਗੀ। ਇਸ ਲਈ ਉਸਨੇ ਉਸਦੀ ਇੱਕ ਗੱਲ ਨਾ ਸੁਣੀ ਅਤੇ ਉਹਨਾਂ ਨੂੰ ਘਰ ਖਾਲੀ ਕਰਨ ਲਈ ਕਹਿ ਦਿੱਤਾ। ਮਨਜੀਤ ਕੌਰ ਅਤੇ ਉਸਦੇ ਘਰ ਵਾਲਾ ਆਪਣੀ ਮਾਂ ਦੇ ਪੈਰਾਂ ਵਿੱਚ ਪੈ ਗਏ ਅਤੇ ਉਸ ਦੀਆਂ ਮਿੰਨਤਾਂ ਕਰਨ ਲੱਗੇ। ਉਸ ਨਾਲ ਵਾਅਦਾ ਕੀਤਾ ਕਿ ਤੁਹਾਡੇ ਨਾਲ ਇਸ ਘਰ ਦੇ ਵਿੱਚ ਕਦੇ ਵੀ ਬਦਸਲੂਕੀ ਨਹੀਂ ਹੋਵੇਗੀ। ਨਿਹਾਲ ਕੌਰ ਇੱਕ ਜਜ਼ਬਾਤੀ ਔਰਤ ਸੀ। ਉਸ ਦਾ ਦਿਲ ਪਿਘਲ ਗਿਆ ਅਤੇ ਉਸਨੇ ਆਪਣੇ ਪੁੱਤਰ ਨੂੰ ਉਹਨੂੰ ਮਾਫ਼ ਕਰ ਦਿੱਤਾ। ਜੰਗੀਰ ਕੌਰ ਨੇ ਬਥੇਰਾ ਸਮਝਾਇਆ ਕਿ ਤੇਰੇ ਕੋਲ ਇਹੀ ਸਮਾਂ ਹੈ ਆਪਣੇ ਪੁੱਤ ਨੂੰ ਉਹਨੂੰ ਸਬਕ ਸਿਖਾਉਣ ਦਾ, ਪਰ ਨਿਹਾਲ ਕੌਰ ਕਹਿੰਦੀ, ਮੇਰਾ ਪੁੱਤਰ ਜਿੱਦਾਂ ਦਾ ਵੀ ਹੈ ਤਾਂ ਮੇਰਾ ਆਪਣਾ ਖੂਨ, ਇਸ ਲਈ ਮੈਂ ਇਸ ਨਾਲ ਹੋਰ ਵਧੀਕੀ ਨਹੀਂ ਕਰ ਸਕਦੀ। ਜੰਗੀਰ ਕੌਰ ਕਹਿਣ ਲੱਗੀ, ਤਾਂ ਹੀ ਇਹ ਤੇਰੀ ਇੱਜ਼ਤ ਨਹੀਂ ਕਰਦਾ। ਪਰ ਫਿਰ ਉਹ ਕਹਿਣ ਲੱਗਾ, ਤਾਈ ਜੀ, ਮੈਨੂੰ ਮਾਫ਼ ਕਰ ਦਿਓ, ਮੇਰੇ ਅੱਖਾਂ 'ਤੇ ਹੀ ਪੱਟੀ ਬੰਨ੍ਹੀ ਹੋਈ ਸੀ। ਮੈਂ ਆਪਣੀ ਮਾਂ ਨੂੰ ਹਰ ਗੱਲ 'ਤੇ ਖਿਝ ਪੈਂਦਾ ਸੀ, ਪਰ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਅੱਜ ਤੋਂ ਬਾਅਦ ਕਦੇ ਵੀ ਮੈਂ ਆਪਣੀ ਮਾਂ ਨਾਲ ਰੁੱਖਾ ਵਤੀਰਾ ਨਹੀਂ ਕਰਾਂਗਾ। ਇਹ ਕਹਿੰਦੇ ਹੋਏ ਜੰਗੀਰ ਕੌਰ ਨੇ ਵੀ ਉਸਦੇ ਪੁੱਤਰ ਨੂੰ ਮਾਫ਼ ਕਰ ਦਿੱਤਾ ਅਤੇ ਕਹਿਣ ਲੱਗੀ ਕਿ ਮੈਂ ਨਿਹਾਲ ਕੌਰ ਕੋਲ ਗੇੜਾ ਮਾਰਦੀ ਰਹਾਂਗੀ। ਜੇ ਮੈਨੂੰ ਕਿਸੇ ਦਿਨ ਵੀ ਲੱਗਿਆ ਕਿ ਤੁਸੀਂ ਨਿਹਾਲ ਕੌਰ ਨੂੰ ਸਿੱਧੇ ਮੂੰਹ ਨਹੀਂ ਬੋਲਦੇ, ਇਸ ਦੀ ਸੇਵਾ ਨਹੀਂ ਕਰਦੇ, ਤਾਂ ਮੈਂ ਇਹ ਘਰ ਤੁਹਾਡੇ ਤੋਂ ਛੁਡਵਾ ਕੇ ਰਹਾਂਗੀ। ਉਸ ਤੋਂ ਬਾਅਦ ਨਿਹਾਲ ਕੌਰ ਦੇ ਪੁੱਤਰ ਜਗਤਾਰ ਸਿੰਘ ਨੇ ਆਪਣੀ ਪਤਨੀ ਨੂੰ ਸਖਤ ਆਵਾਜ਼ ਵਿੱਚ ਕਿਹਾ ਕਿ ਅੱਜ ਤੋਂ ਬਾਅਦ ਸਵੇਰੇ ਉੱਠਣ ਸਾਰ ਮੰਮੀ ਨੂੰ ਨਵਾ ਕੇ ਉਸਦੇ ਧੋਤੇ ਹੋਏ ਪ੍ਰੈਸ ਕੀਤੇ ਕੱਪੜੇ ਹੋਣੇ ਚਾਹੀਦੇ ਨੇ ਅਤੇ ਖਾਣ ਪੀਣ ਦੀ ਜਿਹੜੀ ਵੀ ਚੀਜ਼ ਉਹ ਮੰਗਦੀ ਹੈ ਉਸ ਲਈ ਹਾਜ਼ਰ ਹੋਣੀ ਚਾਹੀਦੀ ਹੈ। ਜੇ ਤੂੰ ਮੇਰੀ ਮਾਂ ਨੂੰ ਇਸ ਤਰ੍ਹਾਂ ਪਿਆਰ ਨਾਲ ਨਹੀਂ ਰੱਖ ਸਕਦੀ ਤਾਂ ਤੂੰ ਆਪਣੇ ਪੇਕੇ ਘਰ ਜਾ ਸਕਦੀ ਹੈ ਜਾਂ ਆਪਣੀ ਭੈਣ ਦੇ ਘਰ, ਜਿੱਥੇ ਤੂੰ ਹਫ਼ਤੇ ਵਿੱਚ 2-2 ਵਾਰੀ ਜਾਂਦੀ ਹੈ। ਮੇਰੀ ਮਾਂ ਇਸ ਘਰ ਦੀ ਮਾਲਕਣ ਹੈ। ਇਸ ਘਰ ਵਿੱਚ ਉਹੀ ਹੋਵੇਗਾ ਜੋ ਮੇਰੀ ਮਾਂ ਚਾਹੇਗੀ। ਨਿਹਾਲ ਕੌਰ ਕਹਿਣ ਲੱਗੀ, ਪੁੱਤ, ਤੁਸੀਂ ਆਪਣੀ ਜ਼ਿੰਦਗੀ ਹੱਸ ਕੇ ਜੀਓ। ਮੈਂ ਤੁਹਾਡੇ ਘਰ ਵਿੱਚ ਕਲੇਸ਼ ਨਹੀਂ ਕਰਨਾ ਚਾਹੁੰਦੀ, ਪਰ ਮੈਨੂੰ 2 ਬੁਰਕੀਆਂ ਖਾਤਰ ਜਾਂ ਕਿਸੇ ਨਿੱਕੀ ਜਿਹੀ ਚੀਜ਼ ਖਾਤਰ ਸਾਰਾ ਦਿਨ ਸੁਣਾਇਆ ਨਾ ਕਰੋ। ਮੈਂ ਕਿੰਨੇ ਕੁ ਸਾਲ ਜਿਉਣਾ ਹੈ। ਬਸ ਮੈਂ ਇਹੀ ਚਾਹੁੰਦੀ ਹਾਂ ਕਿ ਜਦੋਂ ਵੀ ਤੁਸੀਂ ਮੈਨੂੰ ਬੁਲਾਓ, ਬਸ ਖਿੜੇ ਮੱਥੇ ਹੱਸ ਕੇ ਬੁਲਾ ਲਵੋ ਅਤੇ ਰੋਟੀ ਪਾਣੀ ਤੋਂ ਵੀ ਮੁਹਤਾਜ ਨਾ ਕਰੋ। ਪੁੱਤ, ਮੈਂ ਕਿਹੜਾ ਕੁਝ ਨਾਲ ਲੈ ਕੇ ਜਾਣਾ ਹੈ। ਜੰਗੀਰ ਕੌਰ ਕਹਿਣ ਲੱਗੀ
ਕਿ ਅੱਜ ਤੋਂ ਬਾਅਦ ਤੈਨੂੰ ਇਸ ਘਰ ਵਿੱਚ ਕੋਈ ਵੀ ਰੁੱਖਾ ਨਹੀਂ ਬੋਲ ਸਕਦਾ। ਇਹ ਮੇਰੀ ਜ਼ਿੰਮੇਵਾਰੀ ਹੈ। ਮੈਂ ਤੇਰੇ ਕੋਲ ਗੇੜਾ ਮਾਰਦੀ ਰਹਾਂਗੀ। ਫਿਰ ਬੇਅੰਤ ਸਿੰਘ ਵਕੀਲ ਨੂੰ ਕਹਿੰਦਾ ਹੈ ਕਿ ਵਕੀਲ ਸਾਹਿਬ, ਇੱਕ ਵਾਰ ਤੁਸੀਂ ਚਲੇ ਜਾਓ। ਜੇ ਇਹਨਾਂ ਦਾ ਵਤੀਰਾ ਨਾ ਬਦਲਿਆ ਤਾਂ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਕੋਈ ਵੀ ਗੱਲ ਨਹੀਂ ਸੁਣਾਂਗੇ। ਇਹ ਕਹਿ ਕੇ ਵਕੀਲ ਅਤੇ ਬੇਅੰਤ ਸਿੰਘ ਬਾਹਰ ਚਲੇ ਜਾਂਦੇ ਨੇ। ਜੰਗੀਰ ਕੌਰ ਮਨਜੀਤ ਕੌਰ ਨੂੰ ਕਹਿੰਦੀ ਹੈ ਕਿ ਤੇਰੀ ਸੱਸ ਨੂੰ ਨਹਾਉਣ ਲਈ ਪਾਣੀ ਰੱਖ। ਮਨਜੀਤ ਕੌਰ ਗੀਜ਼ਰ ਚਲਾ ਕੇ ਪਾਣੀ ਗਰਮ ਕਰ ਦਿੰਦੀ ਹੈ ਅਤੇ ਜੰਗੀਰ ਕੌਰ ਕਹਿੰਦੀ ਹੈ ਕਿ ਇਸ ਦੇ 2 ਨਵੇਂ ਸੂਟ ਲਿਆ ਕੇ ਸਵਾ ਕੇ ਦੇ, ਇਹ ਪੁਰਾਣੇ ਸੂਟ ਨਹੀਂ ਪਾਵੇਗੀ। ਇੱਕ ਵਾਰ ਉਹ ਆਪਣੀ ਦਰਾਣੀ ਨੂੰ ਨਹਾ ਕੇ ਅਤੇ ਉਸ ਦਾ ਘਰ ਜੋ ਸੂਟ ਪਿਆ ਸੀ ਉਹ ਪ੍ਰੈਸ ਕਰਵਾ ਕੇ ਉਸ ਦੇ ਪਵਾ ਜਾਂਦੀ ਹੈ ਅਤੇ ਉਸ ਤੋਂ ਬਾਅਦ ਜਦੋਂ ਵੀ ਜੰਗੀਰ ਕੌਰ ਨਿਹਾਲ ਕੌਰ ਨੂੰ ਮਿਲਣ ਜਾਂਦੀ ਤਾਂ ਨਿਹਾਲ ਕੌਰ ਦੇ ਵਧੀਆ ਸਾਫ਼ ਸੁਥਰੇ ਪ੍ਰੈਸ ਕੀਤੇ ਹੋਏ ਕੱਪੜੇ ਹੀ ਪਾਏ ਹੁੰਦੇ ਤੇ ਉਹ ਕੋਠੀ ਦੀ ਲੌਬੀ ਵਿੱਚ ਬੜੇ ਆਰਾਮ ਨਾਲ ਬੈਠੀ ਹੁੰਦੀ। ਮਨਜੀਤ ਕੌਰ ਵੀ ਜੰਗੀਰ ਕੌਰ ਲਈ ਭੱਜ ਕੇ ਚਾਹ ਪਾਣੀ ਲੈ ਕੇ ਆਉਂਦੀ ਅਤੇ ਉਹਨਾਂ ਨੂੰ ਬਹੁਤ ਮਿੱਠਾ ਬੋਲਦੀ। ਹਾਂਜੀ ਦੋਸਤੋ, ਬਜ਼ੁਰਗਾਂ ਦੇ ਨਾਮ ਜੋ ਵੀ ਜ਼ਮੀਨ ਜਾਇਦਾਦ ਹੁੰਦੀ ਹੈ ਉਹਨਾਂ ਨੇ ਪੁੱਤਰ ਨੂੰ ਹੀ ਦੇਣੀ ਹੁੰਦੀ ਹੈ। ਪਰ ਇਸ ਉਮਰ ਵਿੱਚ ਬਜ਼ੁਰਗ ਜੇ ਭਾਲਦੇ ਨੇ ਤਾਂ ਪਿਆਰ ਭਰੇ 2 ਸ਼ਬਦ ਅਤੇ ਖਾਣ ਲਈ 2 ਵਕਤ ਦੀ ਚੰਗੀ ਰੋਟੀ। ਹੋਰ ਉਹਨਾਂ ਨੂੰ ਕੁਝ ਵੀ ਨਹੀਂ ਚਾਹੀਦਾ ਹੁੰਦਾ। ਸਾਨੂੰ ਆਪਣੇ ਘਰ ਦੇ ਬਜ਼ੁਰਗਾਂ ਨਾਲ ਰੁੱਖਾ ਵਤੀਰਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ ਬਜ਼ੁਰਗ ਆਪਣੀ ਆਈ 'ਤੇ ਆ ਜਾਣ ਤਾਂ ਉਹ ਕੁਝ ਵੀ ਕਰ ਸਕਦੇ ਨੇ। ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਮਿਲਾਂਗੇ ਕੱਲ੍ਹ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ।